ਥੈਂਕ ਯੂ ਜੀਸਸ, ਥੈਂਕ ਯੂ ਜੀਸਸ। ਪ੍ਰੇਜ਼ ਦ ਲਾਰਡ। ਮੈਂ ਬ੍ਰਦਰ ਵਿਸ਼ਾਲ ਯਿਸੂ ਮਸੀਹ ਦੇ ਨਾਮ ਦੇ ਵਿੱਚ ਤੁਹਾਡਾ ਸਵਾਗਤ ਕਰਦਾ ਹਾਂ ਅਤੇ ਤੁਹਾਨੂੰ ਜੈ ਮਸੀਹ ਦੀ ਆਖਦਾ ਹਾਂ। ਅਤੇ ਜਿਵੇਂ ਕਿ ਆਪਾਂ ਪਹਾੜੀ ਪ੍ਰਦੇਸ਼ ਦੇ ਉੱਤੇ ਸਿੱਖ ਰਹੇ ਹਾਂ ਅਤੇ ਅੱਜ ਆਪਾਂ ਮੱਤੀ ਦੀ ਅੰਜੀਲ ਉਸਦੇ ਅਧਿਆਇ 5 ਵਚਨ 17 ਤੋਂ ਲੈ ਕੇ 20 ਤੱਕ ਦੇਖਾਂਗੇ। ਅਤੇ ਅੱਜ ਦਾ ਜਿਹੜਾ ਮੈਸੇਜ ਹੈ ਉਸਦਾ ਟਾਈਟਲ ਆ ਯਿਸੂ ਮਸੀਹ ਨੇ ਕਿਹਾ ਮੈਂ ਸ਼ਰਾਂ ਨੂੰ ਖੰਡਣ ਨਹੀਂ ਪਰ ਉਸ ਨੂੰ ਪੂਰਾ ਕਰਨ ਆਇਆ। ਇਸ ਦਾ ਮਤਲਬ ਕੀ ਆ? ਹਾਲੇਲੂਇਆ। ਸੋ ਅੱਜ ਆਪਾਂ ਦੇਖਾਂਗੇ ਕਿ ਜਦੋਂ ਯਿਸੂ ਮਸੀਹ ਕਹਿ ਰਿਹਾ ਆ ਕਿ ਮੈਂ ਸ਼ਰਾਂ ਨੂੰ ਖੰਡਣ ਨਹੀਂ ਪਰ ਉਸ ਨੂੰ ਪੂਰਾ ਕਰਨ ਲਈ ਆਇਆ, ਉਹਦਾ ਮਤਲਬ ਕੀ ਆ? ਸੋ ਅਸੀਂ ਪੜਾਂਗੇ ਮੱਤੀ ਦੀ ਅੰਜੀਲ ਅਧਿਆਇ 5 ਵਚਨ 17 ਤੋਂ ਲੈ ਕੇ 22 ਤੱਕ। ਹਾਂਜੀ, The book of Matthew chapter 5 verse 17 to 20। ਇਹ ਨਾ ਸਮਝੋ ਭਾਈ ਮੈਂ ਤੁਰੇਤ ਜਾਂ ਨਬੀਆਂ ਨੂੰ ਖੰਡਣ ਆਇਆ ਹਾਂ। ਹਾਂਜੀ, ਮੈਂ ਖੰਡਣ ਨਹੀਂ ਸਗੋਂ ਪੂਰਿਆਂ ਕਰਨ ਨੂੰ ਆਇਆ ਹਾਂ। ਹਾਂਜੀ, ਕਿਉਂ ਜੋ ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜਿੰਨਾ ਚਿਰ ਆਕਾਸ਼ ਅਤੇ ਧਰਤੀ ਟਲ ਨਾ ਜਾਣ, ਇੱਕ ਅੱਖਰ ਜਾਂ ਇੱਕ ਬਿੰਦੀ ਵੀ ਤੁਰੇਤ ਦੀ ਨਾ ਟਲੇਗੀ ਜਦ ਤੱਕ ਸਭ ਕੁਝ ਪੂਰਾ ਨਾ ਹੋਵੇ। ਆਮੀਨ। ਸੋ ਯਿਸੂ ਮਸੀਹ ਇੱਥੇ ਮੱਤੀ ਦੀ ਅੰਜੀਲ ਅਧਿਆਇ 5 ਦੇ ਵਿੱਚ ਭੀੜ ਦੇ ਨਾਲ ਗੱਲ ਕਰ ਰਹੇ ਆ। ਉਹ ਭੀੜ ਜਿਹੜੀ ਠੁਕਰਾਈ ਗਈ ਆ, ਜਿਹੜੀ ਬਿਮਾਰੀਆਂ ਦੇ ਨਾਲ, ਦੁਸ਼ਟ ਆਤਮਿਆਂ ਨਾਲ ਜਕੜੇ ਪੇ ਹੋ ਗਿਆ। ਅਤੇ ਇੱਥੇ ਯਿਸੂ ਮਸੀਹ ਦੇ ਅੱਗੇ ਸਰਮਨ ਦੇ ਤੇ ਇਸ ਸਰਮਨ ਦੇ ਵਿੱਚ ਭੀੜ ਆ ਅਤੇ ਉਸਦੇ ਚੇਲੇ ਆ ਜਿਹੜੇ ਉਸਦੇ ਕੋਲ ਸੁਣਨ ਦੇ ਲਈ ਆਏ। ਅਤੇ ਯਿਸੂ ਮਸੀਹ ਉਹਨਾਂ ਨੂੰ ਰਾਜ ਆਫਰ ਕਰ ਰਿਹਾ ਕਿ ਰਾਜ ਜਿਹੜਾ ਤੁਹਾਡਾ ਆ, ਉਹ ਜਿਹੜੇ ਦਿਲ ਦੇ ਗਰੀਬ ਆ, ਉਹ ਜਿਹੜੇ ਸਤਾਏ ਗਏ ਆ, ਉਹ ਸ਼ਾਂਤ ਕੀਤੇ ਜਾਣਗੇ। ਉਹ ਜਿਹੜੇ ਧਾਰਮਿਕਤਾ ਦੇ ਭੁੱਖੇ ਤੇ ਆਏ, ਉਹ ਰਚਾਏ ਜਾਣਗੇ। ਅਤੇ ਯਿਸੂ ਮਸੀਹ ਉੱਤੇ ਉਹਨਾਂ ਨੂੰ ਇਹ ਵੀ ਕਹਿੰਦਾ ਆਇਆ ਆ, ਜਦੋਂ ਅਸੀਂ ਵਚਨ 13 ਤੋਂ ਲੈ ਕੇ 16 ਤੱਕ ਦੇਖਿਆ ਸੀ ਕਿ ਤੁਸੀਂ ਜਗਤ ਦਾ ਚਾਨਣ ਹੋ। ਅਤੇ ਜਿਹੜਾ ਇਜ਼ਰਾਈਲ ਸੀਗਾ ਪੁਰਾਣੇ ਨਿਯਮ ਦੇ ਵਿੱਚ, ਉਸ ਨੂੰ ਪਰਮੇਸ਼ਰ ਨੇ ਇੱਕ ਲਾਈਟ ਦੀ ਤਰ੍ਹਾਂ ਰੱਖਿਆ ਸੀ। ਉਹ ਸਾਰੀਆਂ ਜਾਤੀਆਂ ਦੀ ਲਾਈਟ ਦੇ ਲਈ ਲਾਈਟ ਸੀਗਾ। ਕਿੱਦਾਂ? ਕਿਉਂਕਿ ਪਰਮੇਸ਼ਰ ਨੇ ਆਪਣੀ ਵਿਵਸਥਾ ਜਿਹੜੀ ਆ, ਕੂਚ ਦੀ ਪੁਸਤਕ ਆ, The book of Exodus chapter 20 ਦੇ ਵਿੱਚ, ਕੂਚ ਦੀ ਕਿਤਾਬ, ਨਿਰਗਮਨ ਦੀ ਕਿਤਾਬ ਅਧਿਆਇ 20 ਦੇ ਵਿੱਚ ਪਰਮੇਸ਼ਰ ਨੇ ਉਹਨਾਂ ਨੂੰ ਆਪਣੇ ਵਚਨ ਦਿੱਤੇ ਅਤੇ ਉਹਨਾਂ ਨੂੰ ਕਿਹਾ ਕਿ ਤੁਸੀਂ ਸਾਰੀ ਧਰਤੀ ਦੇ ਉੱਤੇ ਮੇਰੀ ਇੱਕ ਨਿੱਜ ਪ੍ਰਜਾ ਹੋ, ਤੁਸੀਂ ਜਾਜਕਾਂ ਦੀ ਸ਼ਾਹੀ ਮੰਡਲੀ ਹੋ। ਸੋ ਪਰਮੇਸ਼ਰ ਨੇ ਇਜ਼ਰਾਈਲ ਦੇ ਘਰਾਣੇ ਨੂੰ ਇੱਕ ਲਾਈਟ ਦੀ ਤਰ੍ਹਾਂ ਰੱਖਿਆ ਸੀ ਕਿ ਸਾਰਾ ਸੰਸਾਰ ਉਹਦੇ ਵੱਲ ਦੇਖ ਕੇ ਪਰਮੇਸ਼ਰ ਦੀ ਵੱਲ ਕੋਲ ਆਉਣਾ। ਅਤੇ ਇੱਥੇ ਪਰਮੇਸ਼ਰ ਉਹਨਾਂ ਲੋਕਾਂ ਨੂੰ ਜਿਹੜੇ ਠੁਕਰਾਏ ਗਿਆ ਸ਼ਾਸਤਰੀਆਂ ਫਰੀਸੀਆਂ ਦੇ ਦੁਆਰਾ, ਲੋਕਾਂ ਦੇ ਦੁਆਰਾ ਜਿਹੜੇ ਸਤਾਏ ਗਿਆ, ਗਰੀਬੀ ਦੇ ਜਕੜੇ ਹੋਇਆ, ਬਿਮਾਰੀਆਂ ਦੇ ਜਕੜੇ ਹੋਏ, ਯਿਸੂ ਮਸੀਹ ਉਹਨਾਂ ਨੂੰ ਕਹਿ ਰਿਹਾ ਤੁਸੀਂ ਜਗਤ ਦੀ ਲਾਈਟ ਹੋ, ਤੁਸੀਂ ਜਗਤ ਦਾ ਚਾਨਣ ਹੋ। ਅਤੇ ਬਹੁਤ ਸਾਰੇ ਲੋਕੀ ਇਸ ਗੱਲ ਨੂੰ ਸੋਚ ਰਹੇ ਆ ਉਸ ਟਾਈਮ ਦੇ ਵਿੱਚ ਕਿ ਜੇਕਰ ਰਾਜ ਇਹਨਾਂ ਦਾ ਆ ਤਾਂ ਵਿਵਸਥਾ ਫਿਰ ਕਿੱਦਾਂ ਦੀ ਹੋਵੇਗੀ? ਜੇਕਰ ਇਹ ਪਰਮੇਸ਼ਰ ਯਿਸੂ ਮਸੀਹ ਇਹਨਾਂ ਨੂੰ ਰਾਜ, ਮਸੀਹ ਇਹਨਾਂ ਨੂੰ ਰਾਜ ਰਿਪਰੈਜ਼ੈਂਟ ਕਰ ਰਿਹਾ, ਇਹਨਾਂ ਨੂੰ ਰਾਜ ਦੇ ਪਹਿਲੇ ਨੰਬਰ ਤੇ ਇਹਨਾਂ ਨੂੰ ਲੈ ਕੇ ਆ ਰਿਹਾ ਆ। ਅਤੇ ਬਹੁਤ ਸਾਰੇ ਲੋਕੀ ਉਸ ਟਾਈਮ ਦੇ ਵਿੱਚ ਸੋਚ ਰਹੇ ਹੋਗੇ ਕਿ ਯਿਸੂ ਮਸੀਹ ਕਿਉਂ ਨਹੀਂ ਸ਼ਾਸਤਰੀਆਂ ਫਰੀਸੀਆਂ ਦੇ ਕੋਲ ਜਾਂਦਾ, ਕਿਉਂਕਿ ਵਿਵਸਥਾ ਤਾਂ ਉਹਨਾਂ ਦੇ ਕੋਲ ਆ। ਅਤੇ ਉਹ ਸੋਚ ਰਹੇ ਹੋਗੇ ਕਿ ਜੇਕਰ ਯਿਸੂ ਮਸੀਹ ਸ਼ਾਸਤਰੀਆਂ ਫਰੀਸੀਆਂ ਦੇ ਕੋਲ ਨਹੀਂ ਜਾ ਰਿਹਾ ਤੇ ਕਿਤੇ ਇਸ ਦਾ ਮਤਲਬ ਇਹ ਤਾਂ ਨਹੀਂ ਕਿ ਯਿਸੂ ਮਸੀਹ ਦਾ ਜਿਹੜਾ ਨਜ਼ਰੀਆ ਵਾ ਉਹ ਅਲੱਗ ਆ, ਕਿਤੇ ਉਹ ਵਿਵਸਥਾ ਦੇ ਨਾਲ ਅਸਹਿਮਤ ਤਾਂ ਨਹੀਂ। ਕਿਉਂਕਿ ਯਿਸੂ ਮਸੀਹ ਨੇ ਖੁਦ ਕਿਹਾ ਕਿ ਇਹ ਨਾ ਸੋਚੋ, ਮਤਲਬ ਕਿ ਲੋਕ ਸੋਚ ਰਹੇ ਸੀ। ਅਤੇ ਕੁਝ ਲੋਕੀ ਜਿਹੜੇ ਆ ਪੁਰਾਣੇ ਨਿਯਮ ਦੇ ਮੁਤਾਬਿਕ ਯਰਮੀਆ ਦੀ ਪੁਸਤਕ ਅਧਿਆਇ 31 ਵਚਨ 31 ਦੇ ਅਨੁਸਾਰ ਜਦੋਂ ਇਜ਼ਰਾਈਲ ਦੇ ਘਰਾਣੇ ਨਾਲ ਪਰਮੇਸ਼ਰ ਨੇ ਵਾਚਾ ਬੰਨੀ, ਆਪਣਾ ਨੇਮ ਬੰਨਿਆ, ਕੂਚ ਦੀ ਪੁਸਤਕ ਅਧਿਆਇ 20 ਦੇ ਵਿੱਚ ਮੂਸਾ ਦੇ ਦੁਆਰਾ, ਪਰ ਇਜ਼ਰਾਈਲ ਦੇ ਘਰਾਣੇ ਨੇ ਉਸ ਵਾਚਾ ਨੂੰ ਨਹੀਂ ਪੂਰਾ ਕੀਤਾ, ਉਸ ਨੇਮ ਨੂੰ ਪੂਰਾ ਨਹੀਂ ਕੀਤਾ। ਉਹ ਮੂਰਤੀ ਪੂਜਾ 'ਚ ਚੱਲ ਗਏ, ਉਹ ਵਿਭਚਾਰ 'ਚ ਚੱਲ ਗਏ, ਉਹਨੇ ਪਰਮੇਸ਼ਰ ਦੀਆਂ ਆਗਿਆਵਾਂ ਨੂੰ ਤੋੜਦੇ ਗਏ। ਅਤੇ ਪਰਮੇਸ਼ਰ ਨੇ ਇੱਕ ਦਿਨ ਕਿਹਾ ਕਿ ਇਜ਼ਰਾਈਲ ਦੇ ਘਰਾਣੇ ਨੇ ਮੇਰੀ ਵਾਚਾ ਨੂੰ ਤੋੜ ਦਿੱਤਾ, ਮੇਰੇ ਨਾਲ ਬੰਨੇ ਹੋਏ ਨੇਮ ਨੂੰ ਤੋੜ ਦਿੱਤਾ। ਜਦੋਂ ਅਸੀਂ ਯਰਮੀਆ ਦੀ ਪੁਸਤਕ ਅਧਿਆਇ 31 ਦੇ ਵਿੱਚ ਪੜ੍ਹਦੇ ਹਾਂ, ਪਰ ਪਰਮੇਸ਼ਰ ਉੱਥੇ ਇੱਕ ਵਾਅਦਾ ਕਰਦਾ ਆ ਕਿ ਮੈਂ ਇੱਕ ਨਵੀਂ ਵਾਚਾ ਬੰਨਾਂਗਾ ਜਿਹੜੀ ਪੁਰਾਣੀ ਵਾਚਾ ਵਰਗੀ ਨਹੀਂ ਆ, ਅਤੇ ਮੈਂ ਉਸ ਨੂੰ ਉਹਨਾਂ ਦੇ ਹਿਰਦਿਆਂ ਦੇ ਉੱਤੇ ਲਿਖ ਦੇਵਾਂਗਾ। ਸੋ ਬਹੁਤ ਸਾਰੇ ਲੋਕੀ ਇਹ ਸੋਚਦੇ ਸੀ ਕਿ ਜਦੋਂ ਮਸੀਹ ਆਵੇਗਾ ਤਾਂ ਉਹ ਨਵੀਂ ਵਾਚਾ ਬੰਨੇਗਾ ਅਤੇ ਪੁਰਾਣੀ ਵਾਚਾ ਜਿਹੜੀ ਆ ਉਸ ਨੂੰ ਪੂਰੀ ਤਰ੍ਹਾਂ ਖਤਮ ਕਰ ਦੇਵੇਗਾ। ਉਸ ਦਾ ਕੋਈ ਜਿਹੜਾ ਆ ਕੰਮ ਨਹੀਂ ਰਹਿ ਜਾਏਗਾ ਪਰਮੇਸ਼ਰ ਦੇ ਲੋਕਾਂ ਦੇ ਨਾਲ। ਪਰ ਯਿਸੂ ਮਸੀਹ ਇੱਥੇ ਕੀ ਕਰ ਰਿਹਾ ਆ ਕਿ ਇਹ ਨਾ ਸੋਚੋ, ਮਤਲਬ ਲੋਕੀ ਸੋਚ ਰਹੇ ਸੀ, ਯਿਸੂ ਮਸੀਹ ਕਹਿੰਦਾ ਇਹ ਨਾ ਸੋਚੋ ਕਿ ਮੈਂ ਸ਼ਰਾਂ ਦੇ ਲਈ ਜਿਹੜਾ ਸ਼ਬਦ ਆ ਉਸ ਨੂੰ ਇੰਗਲਿਸ਼ ਦੇ ਵਿੱਚ ਸ਼ਬਦ ਆਇਆ ਦ ਲਾਅ। ਜਿਹੜਾ ਦਾ ਸ਼ਬਦ ਆ
ਉਹ ਆਰਟੀਕਲ ਆ ਜਿਸ ਦਾ ਮਤਲਬ ਕਿ ਸਪੈਸੀਫਿਕਲੀ ਉਹ ਪਰਮੇਸ਼ਰ ਦੇ ਵਚਨ ਦੀ ਪੁਰਾਣੇ ਨਿਯਮ ਦੀ ਗੱਲ ਕਰਦਾ ਪਿਆ 39 ਪੁਸਤਕਾਂ ਦੀ। ਅਤੇ ਜਿਹੜਾ ਸ਼ਰਾ ਦੇ ਲਈ ਜਿਹੜਾ ਸ਼ਰਾ ਸ਼ਬਦ ਆ ਉਸ ਦਾ ਜਿਹੜਾ ਇਬਰਾਨੀ ਸ਼ਬਦ ਹੈ ਉਹ ਟੋਰਾ ਸ਼ਬਦ ਹੈ, ਜਿਹਨੂੰ ਤੋਰਾਹ ਵੀ ਕਿਹਾ ਜਾਂਦਾ ਆ। ਅਤੇ ਯਿਸੂ ਮਸੀਹ ਉਹਦੇ ਬਾਰੇ ਗੱਲ ਕਰਦਾ ਪਿਆ ਆ। ਅਤੇ ਦੂਸਰੀ ਗੱਲ ਕਰਦਾ ਨਬੀਆਂ ਦੀ, ਕਹਿੰਦਾ ਕਿ ਇਹ ਨਾ ਸਮਝੋ ਕਿ ਮੈਂ ਸ਼ਰਾ ਤੇ ਨਬੀਆਂ ਨੂੰ ਖੰਡਨ ਦੇ ਲਈ ਆਇਆ ਆ। ਸੋ ਸ਼ਰਾ ਜਿਹੜੀ ਆ ਉਸ ਦੇ ਵਿੱਚ 10 ਆਗਿਆਵਾਂ ਜਿਹੜੀਆਂ ਉਹ ਪਹਿਲੇ ਨੰਬਰ ਦੇ ਉੱਤੇ ਆਉਂਦੀਆਂ ਆ, ਜਿਹੜੀਆਂ ਕੂਚ ਦੀ ਪੁਸਤਕ ਅਧਿਆਇ 20 ਦੇ ਵਿੱਚ ਦਿੱਤੀਆਂ ਗਈਆਂ। ਅਤੇ ਉਸ ਤੋਂ ਬਾਅਦ ਵਿੱਚ 603 ਆਗਿਆਵਾਂ ਹੋਰ ਉਸ ਦੇ ਨਾਲ ਜੋੜੀਆਂ ਗਈਆਂ। ਇਸ ਦਾ ਮਤਲਬ 613 ਆਗਿਆਵਾਂ ਪਰਮੇਸ਼ਰ ਦੇ ਦੁਆਰਾ ਦਿੱਤੀਆਂ ਗਈਆਂ ਮੂਸਾ ਦੀਆਂ 5 ਕਿਤਾਬਾਂ ਦੇ ਵਿੱਚ, ਉਤਪਤ, ਕੂਚ, ਲੇਵੀਆ, ਗਿਣਤੀ, ਵਿਵਸਥਾ ਸਾਰ ਦੇ ਵਿੱਚ। ਸੋ ਇਹ ਜਿਹੜੀਆਂ 5 ਕਿਤਾਬਾਂ ਸ਼ਰਾ ਦੀਆਂ ਸੀ ਅਤੇ ਯਿਸੂ ਮਸੀਹ ਉਸ ਦੇ ਨਾਲ ਨਬੀਆਂ ਨੂੰ ਵੀ ਜੋੜਦਾ ਪਿਆ ਆ। ਅਤੇ ਇਹ ਪੂਰੇ ਪੁਰਾਣੇ ਨਿਯਮ ਨੂੰ ਯਿਸੂ ਮਸੀਹ ਗੱਲ ਕਰਦਾ ਪਿਆ 39 ਪੁਸਤਕਾਂ ਦੀ। ਅਤੇ ਯਿਸੂ ਮਸੀਹ ਕਹਿੰਦਾ ਕਿ ਮੈਂ ਉਹਨਾਂ ਨੂੰ ਖੰਡਨ ਨਹੀਂ ਆਇਆ ਪਰ ਉਹਨਾਂ ਨੂੰ ਪੂਰਾ ਕਰਨ ਦੇ ਲਈ ਆਇਆ। ਪਰ ਜੇਕਰ ਯਿਸੂ ਮਸੀਹ ਕਹਿ ਰਿਹਾ ਹੈ ਕਿ ਮੈਂ ਉਹਨਾਂ ਨੂੰ ਪੂਰਾ ਕਰਨ ਦੇ ਲਈ ਆਇਆ, ਤਾਂ ਫਿਰ ਉਸਨੇ ਪੂਰਾ ਵੀ ਜ਼ਰੂਰ ਕੀਤਾ ਹੋਵੇਗਾ। ਤੇ ਉਸਨੇ ਉਹਨਾਂ ਨੂੰ ਪੂਰਾ ਕਿਸ ਤਰ੍ਹਾਂ ਕੀਤਾ, ਅੱਜ ਅਸੀਂ ਇਸ ਨੂੰ ਦੇਖਾਂਗੇ। ਹਾਲੇਲੂਇਆ। ਸੋ ਯਿਸੂ ਮਸੀਹ ਨੇ ਜਦੋਂ ਸ਼ਰਾ ਨੂੰ ਪੂਰਾ ਕੀਤਾ, ਨਬੀਆਂ ਦੀਆਂ ਪੁਸਤਕਾਂ, ਨਬੀਆਂ ਦੀਆਂ ਭਵਿੱਖਬਾਣੀਆਂ ਨੂੰ ਪੂਰਾ ਕੀਤਾ। ਸੋ ਉਸਨੇ ਕਈ ਤਰੀਕਿਆਂ ਨਾਲ ਪੂਰਾ ਕੀਤਾ। ਸੋ ਪਹਿਲਾਂ ਗੱਲ ਕਰਦੇ ਨਬੀਆਂ ਦੇ ਬਾਰੇ। ਯਿਸੂ ਮਸੀਹ ਨੇ ਨਬੀਆਂ ਦੇ ਦੁਆਰਾ ਕੀਤੀਆਂ ਗਈਆਂ ਭਵਿੱਖਬਾਣੀਆਂ ਨੂੰ ਪੂਰਾ ਕੀਤਾ, ਜਿਨ੍ਹਾਂ ਦੇ ਉੱਤੇ ਮੱਤੀ ਵਾਰ-ਵਾਰ ਜ਼ੋਰ ਦੇ ਰਿਹਾ ਆ, ਕਿਉਂਕਿ ਉਹ ਸ਼ੁਰੂ ਤੋਂ ਲੈ ਕੇ ਲਾਸਟ ਤਾਈਂ ਮੱਤੀ ਦੀ ਅੰਜੀਲ ਦੇ ਵਿੱਚ ਇਸ ਗੱਲ ਦੇ ਉੱਤੇ ਜ਼ੋਰ ਦਿੰਦਾ ਰਿਹਾ ਕਿ ਜਿਹੜਾ ਨਬੀ ਦੇ ਦੁਆਰਾ ਲਿਖਿਆ ਗਿਆ ਸੀ, ਜਿਹੜਾ ਨਬੀਆਂ ਦੇ ਦੁਆਰਾ ਲਿਖਿਆ ਗਿਆ ਸੀ। ਯਿਸੂ ਮਸੀਹ ਕੁਵਾਰੀ ਤੋਂ ਪੈਦਾ ਹੋਇਆ, ਜਿਵੇਂ ਯਸ਼ਾਇਆ ਦੇ ਦੁਆਰਾ ਲਿਖਿਆ ਗਿਆ ਸੀ। ਯਿਸੂ ਮਸੀਹ ਨਾਸਰਤ ਦੇ ਨਗਰ ਦੇ ਵਿੱਚ ਪੈਦਾ ਹੋਇਆ, ਜਿਸ ਤਰ੍ਹਾਂ ਯਿਸੂ ਮਸੀਹ ਨਾਸਰਤ ਨੂੰ ਗਿਆ, ਜਿਸ ਤਰ੍ਹਾਂ ਨਬੀਆਂ ਦੇ ਦੁਆਰਾ ਲਿਖਿਆ ਗਿਆ ਸੀ। ਯਿਸੂ ਮਸੀਹ ਬੈਤਲਹਮ ਦੇ ਵਿੱਚ ਪੈਦਾ ਹੋਇਆ, ਜਿਸ ਤਰ੍ਹਾਂ ਨਬੀ ਨੇ ਕਿਹਾ ਸੀ। ਰਮਾਹ ਦੇ ਵਿੱਚ ਰੋਣ ਦੇ ਤੇ ਕਰਲਾਉਣ ਦੀ ਆਵਾਜ਼ ਆਈ, ਜਿਸ ਤਰ੍ਹਾਂ ਨਬੀ ਨੇ ਕਿਹਾ ਸੀ। ਸੋ ਯਿਸੂ ਮਸੀਹ ਹਰ ਇੱਕ ਚੀਜ਼ ਜਿਹੜਾ ਮੱਤੀ ਆ, ਹਰ ਇੱਕ ਚੀਜ਼ ਫੁੱਲਫਿਲਮੈਂਟ ਦੇ ਬਾਰੇ ਦੱਸਦਾ ਆ ਕਿ ਇਹ ਇਸ ਲਈ ਹੋਇਆ ਕਿ ਨਬੀ ਨੇ ਕਿਹਾ ਸੀਗਾ। ਸੋ ਯਿਸੂ ਮਸੀਹ ਨੇ ਨਬੀਆਂ ਦੇ ਦੁਆਰਾ ਜਿੰਨੀਆਂ ਭਵਿੱਖਬਾਣੀਆਂ ਸੀ ਉਹ ਸਾਰੀਆਂ ਨੂੰ ਆ ਕੇ ਪੂਰਾ ਕੀਤਾ। ਇਸ ਤਰ੍ਹਾਂ ਉਹਨੇ ਲਿਖਤਾਂ ਨੂੰ ਪੂਰਾ ਕੀਤਾ। ਅਤੇ ਜਦੋਂ ਗੱਲ ਕਰੀਏ ਅਸੀਂ ਵਿਵਸਥਾ ਦੀ, ਯਿਸੂ ਮਸੀਹ ਨੇ ਵਿਵਸਥਾ ਨੂੰ ਪੂਰਾ ਕੀਤਾ, ਕਿਉਂਕਿ ਯਿਸੂ ਮਸੀਹ ਨੇ ਨੈਤਿਕ ਵਿਵਸਥਾ ਨੂੰ ਪੂਰਾ ਕੀਤਾ, ਜਿਹੜੀ ਪਰਮੇਸ਼ਰ ਨੇ 10 ਆਗਿਆਵਾਂ ਦਿੱਤੀਆਂ ਸੀ। ਯਿਸੂ ਮਸੀਹ ਨੇ ਆਪਣੀ ਜੀਵਨ ਜਿਹੜਾ ਸੀਗਾ, ਆਪਣੀ ਜ਼ਿੰਦਗੀ ਹਮੇਸ਼ਾ ਪਵਿੱਤਰਤਾ ਦੇ ਵਿੱਚ ਬਿਤਾਈ। ਉਹਨੇ ਕਦੀ ਪਾਪ ਨਹੀਂ ਕੀਤਾ। ਉਹਨੇ ਮਨੁੱਖ ਦੇ ਨਾਲ ਅਤੇ ਪਰਮੇਸ਼ਰ ਦੇ ਨਾਲ ਆਪਣਾ ਰਿਸ਼ਤਾ ਹਮੇਸ਼ਾ ਸਹੀ ਰੱਖਿਆ, ਜਿਸ ਤਰ੍ਹਾਂ 10 ਆਗਿਆਵਾਂ ਸਿਖਾਉਂਦੀਆਂ। ਅਤੇ ਉਸਨੇ ਪਰਮੇਸ਼ਰ ਦੀਆਂ ਸਾਰੀਆਂ ਆਗਿਆਵਾਂ ਨੂੰ ਪੂਰਾ ਕੀਤਾ। ਉਹ ਧਾਰਮਿਕ ਜਿਹੜੇ ਰਿਚੁਅਲ ਸੀ ਉਹਨਾਂ ਨੂੰ ਪੂਰਾ ਕਰਦਾ ਰਿਹਾ। ਇਸ ਲਈ ਅਸੀਂ ਪੜ੍ਹਦੇ ਕਿ ਯਿਸੂ ਮਸੀਹ 12 ਸਾਲ ਦੀ ਉਮਰ ਤੱਕ ਵੀ ਜਿਹੜਾ ਮੰਦਿਰ ਦੇ ਵਿੱਚ ਆਰਾਧਨਾ ਕਰਨ ਦੇ ਲਈ ਆਉਂਦਾ। ਅਤੇ ਯਿਸੂ ਮਸੀਹ ਨੇ ਇਸ ਤਰ੍ਹਾਂ ਨੈਤਿਕ ਵਿਵਸਥਾ ਨੂੰ ਪੂਰਾ ਕੀਤਾ। ਉਹ ਜਿਹੜੀਆਂ ਆਗਿਆਵਾਂ ਪਰਮੇਸ਼ਰ ਨੇ ਦਿੱਤੀਆਂ ਸੀ ਉਹਨਾਂ ਨੂੰ ਪੂਰਾ ਕੀਤਾ। ਹਾਲੇਲੂਇਆ। ਅਤੇ ਯਿਸੂ ਮਸੀਹ ਨੇ ਇੱਕ ਦਿਨ ਖੜਾ ਹੋ ਕੇ ਕਿਹਾ ਕਿ ਤੁਹਾਡੇ ਵਿੱਚੋਂ ਕੌਣ ਹੈ ਜਿਹੜਾ ਮੇਰੇ ਵਿੱਚ ਗੁਨਾਹ ਸਾਬਤ ਕਰੇ। ਇਸ ਦਾ ਮਤਲਬ ਕਿ ਯਿਸੂ ਮਸੀਹ ਨੇ ਪਰਮੇਸ਼ਰ ਦੀਆਂ ਸਾਰੀਆਂ ਆਗਿਆਵਾਂ ਨੂੰ ਪੂਰਾ ਕੀਤਾ। ਅਤੇ ਯਿਸੂ ਮਸੀਹ ਨੇ ਜਿਹੜੀਆਂ ਸ਼ਰਾ ਦੇ ਵਿੱਚ ਉਸਦੇ ਬਾਰੇ ਭਵਿੱਖਬਾਣੀਆਂ ਸੀ, ਟਾਈਪੋਲੋਜੀ ਭਵਿੱਖਬਾਣੀਆਂ, ਉਹਨਾਂ ਨੂੰ ਵੀ ਪੂਰਾ ਕੀਤਾ। ਜਿਵੇਂ ਕਿ ਉਤਪੱਤੀ ਦੀ ਪੁਸਤਕ ਦੇ ਵਿੱਚ ਲਿਖਿਆ ਗਿਆ ਸੀ ਕਿ ਜਿਹੜਾ ਪੁੱਤਰ ਇਸਤਰੀ ਤੋਂ ਪੈਦਾ ਹੋਵੇਗਾ, ਜਿਹੜਾ ਵੰਸ਼ ਇਸਤਰੀ ਤੋਂ ਪੈਦਾ ਹੋਵੇਗਾ, ਉਹ ਸੱਪ ਦੇ ਸਿਰ ਨੂੰ ਫੇਵੇਗਾ। ਯਿਸੂ ਮਸੀਹ ਨੇ ਸਲੀਬ ਦੇ ਉੱਤੇ ਸੱਪ ਦੇ ਸਿਰ ਨੂੰ ਅਰਥਾਤ ਸ਼ੈਤਾਨ ਨੂੰ ਹਰਾਇਆ, ਉਸ ਦਾ ਖਤਮ ਕੀਤਾ, ਉਸ ਦਾ ਨਾਸ਼ ਕੀਤਾ। ਫਿਰ ਅਸੀਂ ਦੇਖਦੇ ਹਾਂ ਅਬਰਾਹਮ ਦੇ ਪੁੱਤਰ ਬਾਰੇ, ਉਹ ਯਿਸੂ ਮਸੀਹ ਦੇ ਬਾਰੇ ਸੀ। ਅਬਰਾਹਮ ਨੇ ਪੁੱਤਰ ਦਿੱਤਾ ਪਰ ਪਰਮੇਸ਼ਰ ਉਸ ਨੂੰ ਬਚਾ ਲਿਆ। ਪਰਮੇਸ਼ਰ ਨੇ ਆਪਣਾ ਪੁੱਤਰ ਸਾਰੇ ਜਗਤ ਲਈ ਦਿੱਤਾ। ਫਿਰ ਅਸੀਂ ਦੇਖਦੇ ਹਾਂ ਮੂਸਾ ਗਿਣਤੀ ਦੀ ਪੁਸਤਕ ਦੇ ਵਿੱਚ ਉਹ ਸੱਪ ਜਿਹੜਾ ਆ ਉਹ ਯਿਸੂ ਮਸੀਹ ਨੂੰ ਦਿਖਾਉਂਦਾ ਆ। ਸੱਪ ਉੱਚੇ ਦੇ ਉੱਤੇ ਲਟਕਾਇਆ ਗਿਆ ਅਤੇ ਲੋਕੀ ਉਸ ਦੇ ਵੱਲ ਦੇਖ ਕੇ ਬਚਦੇ ਸੀਗੇ ਜਿਨ੍ਹਾਂ ਨੂੰ ਸੱਪ ਡੰਗ ਲੈਂਦਾ ਸੀਗਾ। ਅਤੇ ਯਿਸੂ ਮਸੀਹ ਕਹਿੰਦਾ ਕਿ ਜਿਸ ਤਰ੍ਹਾਂ ਉਜਾੜ ਦੇ ਵਿੱਚ ਸੱਪ ਨੂੰ ਉੱਚਾ ਕੀਤਾ ਗਿਆ, ਇਸੇ ਤਰ੍ਹਾਂ ਮਨੁੱਖ ਦੇ ਪੁੱਤਰ ਨੂੰ ਉੱਚਾ ਕੀਤਾ ਜਾਵੇਗਾ। ਅਤੇ ਅਸੀਂ ਦੇਖਦੇ ਹਾਂ ਜਿਹੜੀਆਂ ਪੁਸਤਕਾਂ ਲੇਵੀਆ ਦੀ ਪੁਸਤਕ ਦੇ ਵਿੱਚ ਬਲੀਦਾਨ ਜਿਹੜੇ ਆ ਉਹ ਸਾਰੇ ਯਿਸੂ ਮਸੀਹ ਨੂੰ ਦਿਖਾਉਂਦੇ। ਯਿਸੂ ਮਸੀਹ ਸਾਡੇ ਲਈ ਪਸਾਹ ਦਾ ਲੀਲਾ ਬਣ ਗਿਆ। ਯਿਸੂ ਮਸੀਹ ਜਦੋਂ ਅਸੀਂ ਕੂਚ ਦੇ ਵਿੱਚ ਦੇਖਦੇ ਹਾਂ, ਜਿਸ ਤਰ੍ਹਾਂ ਮਿਸਰ ਦੇ ਵਿੱਚੋਂ ਇਜ਼ਰਾਈਲੀ ਬਾਹਰ ਕੱਢੇ ਗਏ ਪਸਾਹ ਦੇ ਲੇਲੇ ਦੇ ਦੁਆਰਾ, ਉਸ ਲੇਲੇ ਦੇ ਦੁਆਰਾ, ਯਿਸੂ ਮਸੀਹ ਦੇ ਬਲੀਦਾਨ ਦੇ ਦੁਆਰਾ ਅਸੀਂ ਪਾਪ ਦੇ ਵਿੱਚੋਂ ਬਾਹਰ ਕੱਢੇ ਗਏ। ਜਿਸ ਤਰ੍ਹਾਂ ਪਰਮੇਸ਼ਰ ਮੂਸਾ ਦੇ ਨਾਲ ਪੁਰਾਣੇ ਨਿਯਮ ਦੇ ਵਿੱਚ ਵਿਵਸਥਾ ਦਿੱਤੀ ਪਰਮੇਸ਼ਰ ਨੇ ਮੂਸਾ ਨੂੰ, ਇਸੇ ਤਰ੍ਹਾਂ ਪਰਮੇਸ਼ਰ ਯਿਸੂ ਮਸੀਹ ਖੁਦ ਇੱਥੇ ਆ ਕੇ ਵਿਵਸਥਾ ਦੇ ਰਿਹਾ, ਉਸ ਨੂੰ ਐਕਸਪਲੇਨ ਕਰ ਰਿਹਾ। ਹਾਲੇਲੂਇਆ। ਸੋ ਪੁਰਾਣਾ ਨਿਯਮ ਅਸੀਂ ਕੱਲੀ ਦੇ ਬੁੱਕ ਦੇ ਉੱਤੇ ਜਦੋਂ ਜਾਂਦੇ ਆ ਤਾਂ ਇੱਕ ਬੁੱਕ ਜਿਹੜੀ ਉਹ ਯਿਸੂ ਮਸੀਹ ਦੇ ਬਾਰੇ ਗੱਲ ਕਰਦੀ ਆ। ਸੋ ਯਿਸੂ ਮਸੀਹ ਨੇ ਇਸ ਤਰ੍ਹਾਂ ਵੀ ਭਵਿੱਖਬਾਣੀਆਂ ਨੂੰ ਪੂਰਾ ਕੀਤਾ।
ਪੁਰਾਣੇ ਨੇਮ ਦੇ ਵਿੱਚ ਮਲਕੀ ਸਿਦਕ ਸੀ ਉਤਪਤੀ ਦੀ ਪੁਸਤਕ ਦੇ ਵਿੱਚ। ਯਿਸੂ ਮਸੀਹ ਜਿਹੜਾ ਉਹ ਸਦਾ ਦਾ ਮਲਕੀ ਸਿਦਕ ਦੀ ਪਦਵੀ ਦੇ ਅਨੁਸਾਰ ਸਦਾ ਦਾ ਜਾਜਕ ਹੈ। ਰਾਜਾ ਦਾਊਦ ਜਿਹੜਾ ਉਹ ਯਿਸੂ ਮਸੀਹ ਨੂੰ ਦਿਖਾਉਂਦਾ ਆ। ਜਿਹੜਾ ਹਰੂਨ ਜਾਜਕ ਆ ਉਹ ਕੁਝ ਟਾਈਮ ਦਾ ਜਾਜਕ ਸੀ, ਪਰ ਯਿਸੂ ਮਸੀਹ ਸਦਾ ਦੇ ਲਈ ਜਾਜਕ ਠਹਿਰਿਆ। ਜਾਜਕ ਜਿਹੜਾ ਹਰੂਨ ਜਾਜਕ ਸੀਗਾ ਉਹ ਅਨਪਰਫੈਕਟ ਸੀ, ਉਹ ਪਰਫੈਕਟ ਨਹੀਂ ਸੀ, ਪਰ ਯਿਸੂ ਮਸੀਹ ਪਰਫੈਕਟ ਜਾਜਕ ਸੀਗਾ। ਸੋ ਜਿੰਨੀਆਂ ਪੁਰਾਣੇ ਨੇਮ ਦੀਆਂ ਚੀਜ਼ਾਂ ਯਿਸੂ ਮਸੀਹ ਨੂੰ ਦਿਖਾਉਂਦੀਆਂ ਆ, ਜਿਹੜੇ ਤਿਉਹਾਰ ਆ ਉਹ ਯਿਸੂ ਮਸੀਹ ਦੇ ਬਾਰੇ ਦੱਸਦੇ ਆ। ਇਸ ਲਈ ਨਵੇਂ ਨੇਮ ਦੇ ਵਿੱਚ ਲਿਖਿਆ ਗਿਆ ਕਿ ਜਿਹੜਾ ਪੁਰਾਣਾ ਨੇਮ ਉਹ ਆਉਣ ਵਾਲੀਆਂ ਵਸਤੂਆਂ ਦੀ ਛਾਇਆ ਸੀ, ਉਹ ਪਰਛਾਈ ਸੀ। ਸੋ ਯਿਸੂ ਮਸੀਹ ਨੇ ਹਰ ਇੱਕ ਰੀਤੀ ਦੇ ਨਾਲ ਪੁਰਾਣੇ ਨੇਮ ਨੂੰ ਪੂਰਾ ਕੀਤਾ। ਅਤੇ ਜਦੋਂ ਯਿਸੂ ਮਸੀਹ ਸਲੀਬ ਦੇ ਉੱਤੇ ਸੀਗਾ ਤਾਂ ਉਹਨੇ ਕਿਹਾ ਪਰਮੇਸ਼ਰ ਦੇ ਅੱਗੇ ਗੱਲ ਕਰਦੇ ਹੋਏ ਕਿ ਸਭ ਕੁਝ ਪੂਰਾ ਹੋਇਆ। ਮੈਂ ਫੁੱਲਫਿਲ ਕਰਨਾ ਹੈ ਸੀ ਨਬੀਆਂ ਨੂੰ, ਵਿਵਸਥਾ ਨੂੰ, ਅਤੇ ਮੈਂ ਉਹਨਾਂ ਨੂੰ ਪੂਰਾ ਕੀਤਾ। ਯਿਸੂ ਮਸੀਹ ਨੇ ਕਿਹਾ ਕਿ ਮੈਂ ਸ਼ਰਾਂ ਨੂੰ ਖੰਡਣ ਨਹੀਂ ਪਰ ਉਸ ਨੂੰ ਪੂਰਾ ਕਰਨ ਲਈ ਆਇਆ। ਤੇ ਯਿਸੂ ਮਸੀਹ ਨੇ ਸਲੀਬ ਦੇ ਉੱਤੇ ਕਿਹਾ ਕਿ ਸਭ ਕੁਝ ਪੂਰਾ ਹੋਇਆ, ਮੈਂ ਸਾਰਾ ਕੰਮ ਪੂਰਾ ਕਰ ਚੁੱਕਾ। ਉਹ ਸਾਰਾ ਕੁਝ ਜੋ ਮੇਰੇ ਬਾਰੇ ਸੀ ਮੈਂ ਉਸ ਨੂੰ ਪੂਰਾ ਕੀਤਾ। ਉਹ ਸਾਰਾ ਕੰਮ ਜਿਹੜਾ ਮਨੁੱਖ ਦੀ ਮੁਕਤੀ ਦੇ ਲਈ ਸੀਗਾ ਮੈਂ ਉਸ ਨੂੰ ਪੂਰਾ ਕੀਤਾ। ਮੈਂ ਉਹ ਸਾਰੇ ਧਰਮ ਦੇ ਕੰਮ ਮਨੁੱਖ ਦੇ ਬਦਲੇ ਕੀਤੇ। ਜਿੱਥੇ ਮਨੁੱਖ ਫੇਲ ਹੋ ਗਿਆ ਮੈਂ ਉੱਥੇ ਸਫਲ ਹੋਇਆ, ਕਿਉਂਕਿ ਬਾਈਬਲ ਕਹਿੰਦੀ ਕਿ ਇੱਕ ਆਦਮ ਦੇ ਕਾਰਨ, ਰੋਮੀਆਂ ਦੀ ਪੁਸਤਕ, ਰੋਮੀਆਂ ਦੀ ਪੱਤਰੀ ਅਧਿਆਇ 5 ਦੇ ਵਿੱਚ ਕਿ ਇੱਕ ਆਦਮ ਦੇ ਕਾਰਨ ਪਾਪ ਜਗਤ ਵਿੱਚ ਆਇਆ ਅਤੇ ਇੱਕ ਆਦਮ ਦੇ ਕਾਰਨ ਸਾਰਿਆਂ ਦੇ ਵਿੱਚ ਮੁਕਤੀ ਆਈ। ਇੱਕ ਆਦਮ ਦੇ ਕਾਰਨ ਸਾਰੇ ਪਾਪੀ ਠਹਿਰੇ ਅਤੇ ਇੱਕ ਆਦਮ ਦੇ ਕਾਰਨ ਸਾਰੇ ਬਚਾਏ ਗਏ। ਹਾਲੇਲੂਇਆ। ਸੋ ਯਿਸੂ ਮਸੀਹ ਜਦੋਂ ਕਹਿੰਦਾ ਕਿ ਮੈਂ ਫੁੱਲਫਿਲ ਕਰਨਾ ਹੈ, ਉਹਨਾਂ ਨੂੰ ਪੂਰਾ ਕਰਨ ਲਈ ਆਇਆ, ਤਾਂ ਯਿਸੂ ਮਸੀਹ ਨੇ ਉਹਨਾਂ ਨੂੰ ਪੂਰਾ ਕੀਤਾ। ਨੈਤਿਕ ਵਿਵਸਥਾ ਨੂੰ, ਉਹਨਾਂ ਭਵਿਸ਼ਵਾਣੀਆਂ ਨੂੰ ਜਿਹਦੇ ਬਾਰੇ ਕਿ ਜਿਹੜੀਆਂ ਉਸ ਦੇ ਬਾਰੇ ਕੀਤੀਆਂ ਸੀ, ਉਹਨਾਂ ਸੈਰੇਮੋਨੀਅਮ ਲਾਜ਼ ਨੂੰ ਜਿਹੜੇ ਉਸ ਦੇ ਬਾਰੇ ਸੀਗੇ, ਜਿਹੜੀ ਉਸ ਦੀ ਪਰਛਾਈ ਸੀ, ਯਿਸੂ ਮਸੀਹ ਨੇ ਉਹਨਾਂ ਸਾਰੀਆਂ ਨੂੰ ਪੂਰਾ ਕੀਤਾ। ਅਤੇ ਯਿਸੂ ਮਸੀਹ ਕਹਿੰਦਾ ਆ, ਅੱਜ ਬੜੀ ਵਾਰੀ ਅਸੀਂ ਸੋਚਦੇ ਆ ਕਿ ਪੁਰਾਣਾ ਨੇਮ ਸ਼ਾਇਦ ਉਸੇ ਟਾਈਮ ਦੇ ਲਈ ਸੀ, ਪਰ ਯਿਸੂ ਮਸੀਹ ਕਹਿੰਦਾ ਕਿ ਨਹੀਂ, ਮੈਂ ਉਹਨਾਂ ਨੂੰ ਪੂਰਾ ਕਰਨ ਦੇ ਲਈ ਆਇਆ। ਪਰ ਉਹ ਕਦੋਂ ਤੱਕ ਬਣਿਆ ਰਹੇਗਾ? ਜਿੰਨਾ ਚਿਰ ਧਰਤੀ ਅਤੇ ਆਕਾਸ਼ ਨਹੀਂ ਟਲ ਜਾਂਦੇ। ਯਿਸੂ ਮਸੀਹ ਕਹਿੰਦਾ ਕਿ ਸ਼ਰਾਂ ਦਾ ਇੱਕ ਵੀ ਬਿੰਦੂ, ਇੱਕ ਮਾਤਰਾ ਵੀ ਉਹਨਾਂ ਚਿਰ ਨਹੀਂ ਟਲੇਗੀ। ਜਿੰਨਾ ਚਿਰ ਆਕਾਸ਼ ਅਤੇ ਧਰਤੀ ਟਲ ਜਾਣਗੇ, ਪਰ ਸ਼ਰਾਂ ਦੇ ਇੱਕ ਵੀ ਮਾਤਰਾ, ਇੱਕ ਬਿੰਦੂ ਵੀ ਨਹੀਂ ਟਲੇਗੀ ਜਿੰਨਾ ਚਿਰ ਉਹ ਪੂਰਾ ਨਾ ਹੋ ਜਾਵੇ। ਯਿਸੂ ਮਸੀਹ ਦੇ ਬਾਰੇ ਬਹੁਤ ਸਾਰੀਆਂ ਭਵਿਸ਼ਵਾਣੀਆਂ ਸੀਗੀਆਂ। ਯਿਸੂ ਮਸੀਹ ਨੇ ਬਹੁਤ ਸਾਰੀਆਂ ਭਵਿਸ਼ਵਾਣੀਆਂ ਨੂੰ ਪੂਰਾ ਕੀਤਾ ਅਤੇ ਕੁਝ ਖਰੈਂਦੀਆਂ ਹਨ, ਪਰ ਸ਼ਰਾਂ ਦਾ ਪਰਪਸ ਕੀ ਸੀਗਾ? ਪਰਮੇਸ਼ਰ ਦਾ ਮਾਈਂਡ, ਪਰਮੇਸ਼ਰ ਦਾ ਕਰੈਕਟਰ, ਪਰਮੇਸ਼ਰ ਦਾ ਚਰਿੱਤਰ ਮਨੁੱਖ ਜਾਤੀ ਨੂੰ ਦਿਖਾਉਣਾ, ਤਾਂ ਕਿ ਅਸੀਂ ਪਰਮੇਸ਼ਰ ਦੇ ਵਚਨਾਂ ਦੇ ਅਨੁਸਾਰ ਚੱਲ ਸਕੀਏ। ਸੋ ਸ਼ਰਾ ਜਿਹੜੀ ਭਲੀ ਆ, ਅਤੇ ਯਿਸੂ ਮਸੀਹ ਕਹਿੰਦਾ ਕਿ ਸ਼ਰਾ ਕਦੋਂ ਤੱਕ ਰਹੇਗੀ, ਵਿਵਸਥਾ ਕਦੋਂ ਤੱਕ ਰਹੇਗੀ, ਪੁਰਾਣੇ ਨੇਮ ਕਦੋਂ ਤੱਕ ਰਹੇਗਾ? ਜਿੰਨਾ ਚਿਰ ਧਰਤੀ ਆਕਾਸ਼ ਟਲ ਨਹੀਂ ਜਾਂਦੇ। ਅੱਜ ਬਹੁਤ ਵਾਰੀ ਮਸੀਹੀ ਵਿਅਕਤੀ ਸੋਚਦੇ ਆ ਕਿ ਪੁਰਾਣਾ ਨੇਮ ਅੱਜ ਸਾਡੇ ਉੱਤੇ ਲਾਗੂ ਨਹੀਂ ਹੁੰਦਾ, ਪਰ ਯਿਸੂ ਮਸੀਹ ਕਹਿੰਦਾ ਪੁਰਾਣਾ ਨੇਮ ਉਦੋਂ ਤੱਕ ਲਾਗੂ ਆ, ਪੁਰਾਣਾ ਨੇਮ ਉਦੋਂ ਤੱਕ ਰੱਦ ਨਹੀਂ ਕੀਤਾ, ਖਤਮ ਨਹੀਂ ਹੁੰਦਾ ਜਿੰਨਾ ਚਿਰ ਧਰਤੀ ਆਕਾਸ਼ ਨਹੀਂ ਟਲ ਜਾਂਦੇ। ਅਤੇ ਧਰਤੀ ਆਕਾਸ਼ ਅਜੇ ਤਾਈਂ ਬਣਿਆ। ਇਸ ਦਾ ਮਤਲਬ ਪੁਰਾਣਾ ਨੇਮ ਹਜੇ ਤਾਈਂ ਸਾਡੀ ਲਾਈਫ ਦੇ ਵਿੱਚ ਕੰਮ ਕਰਨ ਦੇ ਲਈ ਤਿਆਰ ਆ। ਅੱਜ ਵੀ ਸਾਨੂੰ ਪੁਰਾਣੇ ਨੇਮ ਦੇ ਉੱਤੇ ਧਿਆਨ ਦੇਣ ਦੀ ਲੋੜ ਆ। ਅੱਜ ਵੀ ਸਾਨੂੰ ਪੁਰਾਣੇ ਨੇਮ ਦੇ ਵਿੱਚੋਂ ਸਿੱਖਣ ਦੀ ਲੋੜ ਆ। ਇਸ ਦਾ ਮਤਲਬ ਇਹ ਨਹੀਂ ਕਿ ਪੁਰਾਣੇ ਨੇਮ ਦੇ ਦੁਆਰਾ ਸਾਨੂੰ ਮੁਕਤੀ ਮਿਲਦੀ ਆ, ਪਰ ਪੁਰਾਣਾ ਨੇਮ ਜਿਹੜਾ ਉਹੀ ਸਾਨੂੰ ਦੱਸਦਾ ਆ ਕਿ ਮੁਕਤੀ ਦੇਣ ਵਾਲਾ ਆਉਣ ਵਾਲਾ ਆ, ਅਤੇ ਉਹ ਯਿਸੂ ਮਸੀਹ ਆ। ਹਾਲੇਲੂਇਆ। ਪੁਰਾਣਾ ਨੇਮ ਸਾਨੂੰ ਧਰਮੀ ਨਹੀਂ ਠਹਿਰਾਉਂਦਾ, ਪਰ ਪੁਰਾਣਾ ਨੇਮ ਸਾਡੀ ਪਾਪ ਦੇ ਨਾਲ ਪਹਿਚਾਣ ਕਰਾਉਂਦਾ ਕਿ ਸਾਨੂੰ ਮੁਕਤੀ ਦੀ ਲੋੜ ਆ। ਇਸ ਕਰਕੇ ਪੁਰਾਣਾ ਨੇਮ ਪਰਮੇਸ਼ਰ ਦੇ ਕਰੈਕਟਰ ਦੇ ਬਾਰੇ ਦੱਸਦਾ ਕਿ ਪਰਮੇਸ਼ਰ ਕਿੱਦਾਂ ਦਾ ਆ ਤੇ ਉਹ ਕੀ ਚਾਹੁੰਦਾ ਆ। ਸੋ ਪੁਰਾਣਾ ਨੇਮ ਸਾਡੇ ਲਈ ਅੱਜ ਵੀ ਜਿਹੜਾ ਲਾਭਦਾਇਕ ਆ। ਅਤੇ ਯਿਸੂ ਮਸੀਹ ਅੱਗੇ ਕੀ ਕਹਿੰਦੇ ਅਸੀਂ ਪੜਾਂਗੇ। ਸੋ ਜੋ ਕੋਈ ਇਹਨਾਂ ਸਭਨਾਂ ਤੋਂ ਛੋਟਿਆਂ ਹੁਕਮਾਂ ਵਿੱਚੋਂ ਇੱਕ ਨੂੰ ਵੀ ਟਾਲ ਦੇਵੇ, ਹਾਂਜੀ, ਅਤੇ ਇਸੇ ਤਰ੍ਹਾਂ ਮਨੁੱਖਾਂ ਨੂੰ ਸਿਖਲਾਵੇ, ਹਾਂਜੀ, ਸੋ ਸੁਰਗ ਦੇ ਰਾਜ ਵਿੱਚ ਇਹਨਾਂ ਸਭਨਾਂ ਨਾਲੋਂ ਛੋਟਾ ਕਹਾਵੇਗਾ, ਹਾਂਜੀ। ਪਰ ਜਿਹੜਾ ਉਹਨਾਂ ਦੀ ਪਾਲਣਾ ਕਰੇ ਤੇ ਸਿਖਲਾਵੇ, ਹਾਂਜੀ, ਉਹ ਸੁਰਗ ਦੇ ਰਾਜ ਵਿੱਚ ਵੱਡਾ ਕਹਾਵੇਗਾ। ਆਮੀਨ। ਸੋ ਅੱਜ ਬਹੁਤ ਵਾਰੀ ਮਸੀਹੀ ਲੋਕ ਪੁਰਾਣੇ ਨੇਮ ਨੂੰ ਇਗਨੋਰ ਕਰਦੇ ਆ, ਉਸ ਦੇ ਉੱਤੇ ਧਿਆਨ ਨਹੀਂ ਦਿੰਦੇ ਕਿ ਇਹ ਪੁਰਾਣਾ ਨੇਮ ਇਹ ਬੀਤ ਗਿਆ। ਪਰ ਇੱਥੇ ਯਿਸੂ ਮਸੀਹ ਦੇ ਖੁਦ ਦੇ ਸ਼ਬਦ ਆ। ਯਿਸੂ ਮਸੀਹ ਕਹਿੰਦਾ ਕਿ ਜੇਕਰ ਉਹਨਾਂ ਛੋਟੀਆਂ ਆਗਿਆਵਾਂ ਦੇ ਵਿੱਚੋਂ, ਗੱਲ ਪੁਰਾਣੇ ਨੇਮ ਦੀ ਹੋ ਰਹੀ ਆ, ਯਿਸੂ ਮਸੀਹ ਕਹਿੰਦਾ ਕਿ ਜੇਕਰ ਛੋਟੀ ਤੋਂ ਛੋਟੀ ਆਗਿਆ ਨੂੰ ਇਗਨੋਰ ਕਰੇ, NLT ਬਾਈਬਲ ਕਹਿੰਦੀ ਆ, NLT ਟ੍ਰਾਂਸਲੇਸ਼ਨ, ਕਿ ਜੇਕਰ ਕੋਈ ਛੋਟੀ ਤੋਂ ਛੋਟੀ ਆਗਿਆ ਨੂੰ ਵੀ ਇਗਨੋਰ ਕਰੇ ਤਾਂ ਉਹ ਸਵਰਗ ਦੇ ਰਾਜ ਵਿੱਚ ਕੀ ਕੀਤਾ ਜਾਵੇਗਾ? ਉਹ ਛੋਟਾ ਕਹਿਲਾਵੇਗਾ। ਅੱਜ ਜੇਕਰ ਅਸੀਂ ਪਰਮੇਸ਼ਰ ਦੇ ਵਚਨ ਨੂੰ ਇਗਨੋਰ ਕਰ ਰਹੇ ਹਾਂ ਤਾਂ ਸਾਡੇ ਲਈ ਇਹ ਵਾਰਨਿੰਗ ਆ, ਸਾਡੇ ਲਈ ਇੱਕ ਚੇਤਾਵਨੀ ਆ
ਕਿ ਅਸੀਂ ਸਵਰਗ ਦੇ ਰਾਜ ਦੇ ਵਿੱਚ ਛੋਟੇ ਕਹਿਲਾਵਾਂਗੇ। ਕਹਿੰਦਾ ਕਿ ਜੇਕਰ ਉਹ ਖੁਦ ਵੀ ਇਗਨੋਰ ਕਰਦਾ, ਖੁਦ ਵੀ ਨਜ਼ਰਅੰਦਾਜ਼ ਕਰਦਾ, ਉਹਨਾਂ ਨੂੰ ਤੋੜਦਾ, ਉਹਨਾਂ ਆਗਿਆ ਨੂੰ, ਅਤੇ ਦੂਸਰਿਆਂ ਨੂੰ ਵੀ ਸਿਖਾਉਂਦਾ ਕਿ ਨਹੀਂ ਇਹਨਾਂ ਦੀ ਤਾਂ ਸਾਨੂੰ ਲੋੜ ਹੀ ਨਹੀਂ, ਇਹ ਚੀਜ਼ਾਂ ਨਹੀਂ ਸਾਨੂੰ ਚਾਹੀਦੀਆਂ, ਪੁਰਾਣਾ ਨੇਮ ਨਹੀਂ ਸਾਨੂੰ ਚਾਹੀਦਾ, ਤਾਂ ਯਿਸੂ ਮਸੀਹ ਕਹਿੰਦਾ ਸਵਰਗ ਦੇ ਰਾਜ ਦੇ ਵਿੱਚ ਛੋਟਾ ਕੀਤਾ ਜਾਵੇਗਾ। ਕਿਉਂਕਿ ਛੋਟੀ ਤੋਂ ਛੋਟੀ ਆਗਿਆ ਜਿਹੜੀ ਆ ਉਹ ਵੀ ਪਰਮੇਸ਼ਰ ਦੇ ਵੱਲੋਂ ਪ੍ਰੇਰਿਤ ਆ, ਉਹ ਪਰਮੇਸ਼ਰ ਪ੍ਰੇਰਿਤ ਆ, ਅਤੇ ਸਾਨੂੰ ਉਸ ਦੇ ਉੱਤੇ ਧਿਆਨ ਦੇਣ ਦੀ ਲੋੜ ਆ, ਸਾਨੂੰ ਉਸ ਤੋਂ ਸਿੱਖਣ ਦੀ ਲੋੜ ਆ, ਕਿਉਂਕਿ ਉਹ ਸਾਡੇ ਲਾਇਕ ਦੇ ਲਈ ਆ। ਪਰ ਯਿਸੂ ਮਸੀਹ ਕਹਿੰਦਾ ਕਿ ਜੇਕਰ ਕੋਈ ਛੋਟੀ ਤੋਂ ਛੋਟੀ ਉਹਨਾਂ ਆਗਿਆ ਦੇ ਵਿੱਚੋਂ ਕੋਈ ਖੁਦ ਕਰੇ, ਉਹਨੂੰ ਪੂਰਾ ਕਰੇ ਅਤੇ ਦੂਜਿਆਂ ਨੂੰ ਵੀ ਸਿਖਾਵੇ, ਉਹ ਸਵਰਗ ਦੇ ਰਾਜ ਵਿੱਚ ਵੱਡਾ ਕਹਿਲਾਵੇਗਾ। ਅੱਜ ਸਾਡੇ ਲਈ ਵਾਰਨਿੰਗ ਹੈ, ਜਿਹੜੇ ਲੋਕੀ ਕਹਿੰਦੇ ਕਿ ਪੁਰਾਣਾ ਨੇਮ ਨੂੰ ਛੱਡੋ, ਇੱਕ ਸਾਈਡ ਤੇ ਰੱਖ ਦਿਓ। ਅੱਜ ਪਰਮੇਸ਼ਰ ਯਿਸੂ ਮਸੀਹ ਖੁਦ ਇਹ ਗੱਲ ਕਹਿੰਦੇ ਆ ਕਿ ਜੇਕਰ ਤੁਸੀਂ ਉਹਨਾਂ ਆਗਿਆ ਨੂੰ ਇਗਨੋਰ ਕਰਦੇ ਹੋ ਅਤੇ ਉਹਨਾਂ ਨੂੰ ਤੋੜਦੇ ਹੋ ਤੇ ਦੂਸਰਿਆਂ ਨੂੰ ਵੀ ਸਿਖਾਉਂਦੇ ਹੋ, ਤਾਂ ਇਸ ਦਾ ਮਤਲਬ ਕੀ ਆ? ਫਿਰ ਅਸੀਂ ਛੋਟੇ ਕਹਿਲਾਏ ਜਾਵਾਂਗੇ ਸਵਰਗ ਦੇ ਵਿੱਚ, ਕਿਉਂਕਿ ਅਸੀਂ ਪਰਮੇਸ਼ਰ ਦੇ ਉਸ ਆਗਿਆ ਨੂੰ ਜਿਹੜੀਆਂ ਉਹਨੇ ਦਿੱਤੀਆਂ, ਅਸੀਂ ਉਹਨਾਂ ਨੂੰ ਇਗਨੋਰ ਕੀਤਾ, ਅਸੀਂ ਉਸ ਦੇ ਤੋਂ ਧਿਆਨ ਹਟਾਇਆ ਤੇ ਦੂਸਰਿਆਂ ਦਾ ਵੀ ਧਿਆਨ ਹਟਾਇਆ। ਇਸ ਕਰਕੇ ਅੱਜ ਵੀ ਸਾਰਾ ਪੁਰਾਣਾ ਨਿਯਮ ਸਾਡੇ ਫਾਇਦੇ ਦੇ ਲਈ ਆ। ਅਸੀਂ ਪੜਾਂਗੇ ਦੂਸਰਾ ਤਿਮੋਥੀਅਸ ਅਧਿਆਇ 3 ਵਚਨ 16 ਤੋਂ, ਕਿਉਂਕਿ ਬਹੁਤ ਸਾਰੇ ਲੋਕੀ ਇਹ ਮੰਨਣਗੇ, ਕਹਿਣਗੇ ਕਿ ਨਹੀਂ ਨਹੀਂ ਪੁਰਾਣਾ ਨਿਯਮ ਅੱਜ ਲਾਗੂ ਨਹੀਂ ਹੁੰਦਾ। ਪੌਲਸ ਨੇ ਕਦੀ ਵੀ ਬਾਈਬਲ ਦੇ ਵਿੱਚ ਪੁਰਾਣੇ ਨਿਯਮ ਨੂੰ ਬੁਰਾ ਨਹੀਂ ਕਿਹਾ। ਉਹਨੇ ਕਿਹਾ ਕਿ ਵਿਵਸਥਾ ਜਿਹੜੀ ਉਹ ਭਲੀ ਆ, ਪਰ ਮੈਂ ਚੰਗਾ ਨਹੀਂ ਆ, ਬੁਰਾਈ ਮੇਰੇ ਵਿੱਚ ਹੈ, ਵਿਵਸਥਾ ਵਿੱਚ ਨਹੀਂ। ਪਰਮੇਸ਼ਰ ਦੀ ਵਿਵਸਥਾ ਵਿੱਚ ਵੀ ਬੁਰਾਈ ਨਹੀਂ ਸੀ, ਇਜ਼ਰਾਈਲੀਆਂ 'ਚ ਬੁਰਾਈ ਸੀ, ਉਹ ਫੇਲ ਹੋ ਗਏ, ਵਿਵਸਥਾ ਨਹੀਂ ਫੇਲ ਹੋਈ, ਕਿਉਂਕਿ ਵਿਵਸਥਾ ਜਿਹੜੀ ਭਲੀ ਆ। ਅਤੇ ਪੌਲਸ ਰੋਮੀਆਂ ਦੀ ਪੱਤਰੀ ਵਿੱਚ ਕਹਿੰਦਾ ਕਿ ਕੀ ਵਿਸ਼ਵਾਸ ਦਾ ਕਰਕੇ ਅਸੀਂ ਵਿਵਸਥਾ ਨੂੰ ਰਿਜੈਕਟ ਕਰ ਦਿੰਦੇ, ਠੁਕਰਾ ਦਿੰਦੇ? ਕਹਿੰਦਾ ਨਹੀਂ, ਪਰ ਵਿਵਸਥਾ ਨੂੰ ਸਟੈਬਲਿਸ਼ ਕਰਦੇ ਆ, ਉਹਨੂੰ ਇੱਕ ਸਾਈਡ ਤੇ ਨਹੀਂ ਰੱਖਦੇ, ਪਰ ਉਹਨੂੰ ਸਥਾਪਿਤ ਕਰਦੇ ਆ, ਕਿਉਂਕਿ ਵਿਵਸਥਾ ਜਿਹੜੀ ਉਹ ਪਾਪ ਦੇ ਨਾਲ ਜਾਣੂ ਕਰਾਉਂਦੀ ਆ, ਉਹ ਪਾਪ ਦੀ ਪਹਿਚਾਣ ਕਰਾਉਂਦੀ ਆ। ਵਿਵਸਥਾ ਇੱਕ ਸ਼ੀਸ਼ੇ ਦੀ ਤਰ੍ਹਾਂ, ਅਤੇ ਵਿਵਸਥਾ ਦੇ ਵੱਲ ਦੇਖ ਕੇ ਹੀ ਮੈਂ ਮਸੀਹ ਦੇ ਵੱਲ ਆਉਣਾ ਆ। ਜਦੋਂ ਮੈਂ ਵਿਵਸਥਾ ਵੱਲ ਦੇਖਦਾ ਤਾਂ ਮੈਂ ਜਾਣਦਾ ਮੈਂ ਪਾਪੀ ਆ ਤੇ ਮੈਨੂੰ ਮਸੀਹ ਦੀ ਲੋੜ ਆ। ਹਾਲੇਲੂਇਆ। ਅਤੇ ਪਰਮੇਸ਼ਰ ਦਾ ਦਾਸ ਪ੍ਰੇਰਿਤ ਪੌਲਸ ਇੱਥੇ ਕੀ ਕਹਿੰਦਾ? ਦੂਸਰਾ ਤਿਮੋਥੀਅਸ ਅਧਿਆਇ 3 ਵਚਨ 16 ਦੇ ਵਿੱਚ ਸਾਰੀ ਲਿਖਤ ਪਰਮੇਸ਼ਰ ਦੇ ਆਤਮਾ ਤੋਂ ਹੁਣ ਇੱਥੇ ਉਹ ਕਹਿੰਦਾ ਸਾਰੀ ਲਿਖਤ ਪਰਮੇਸ਼ਰ ਦੇ ਆਤਮਾ ਤੋਂ। ਇੱਥੇ ਨਿਊ ਟੈਸਟਾਮੈਂਟ ਦੀ, ਅਸੀਂ ਨਵੇਂ ਨੇਮ ਦੀ ਵੀ ਗੱਲ ਕਰ ਸਕਦੇ ਹਾਂ, ਪਰ ਸਪੈਸੀਫਿਕਲੀ ਉਹ ਪੁਰਾਣੇ ਨੇਮ ਦੀ ਗੱਲ ਕਰਦਾ। ਅਤੇ ਉਹ ਕਹਿੰਦਾ ਸਾਰੀ ਲਿਖਤ, ਥੋੜੀ ਲਿਖਤ ਨਹੀਂ, ਫਿਊ ਵਰਡ ਨਹੀਂ, ਕੁਝ ਨਹੀਂ, ਅੱਧੀ ਲਿਖਤ ਨਹੀਂ, ਪਰ ਸਾਰੀ ਲਿਖਤ। 39 ਕਿਤਾਬਾਂ, ਉਸ ਦਾ ਹਰ ਇੱਕ ਚੈਪਟਰ, ਉਸ ਦੀ ਹਰ ਇੱਕ ਵਰਸ, ਹਰ ਇੱਕ ਮਾਤਰਾ, ਹਰ ਇੱਕ ਬਿੰਦੂ, ਹਰ ਇੱਕ ਵਰਸ ਜਿਹੜੀ ਉਹ ਪਰਮੇਸ਼ਰ ਦੇ ਆਤਮਾ ਤੋਂ ਹੈ। ਇਹ ਇੰਗਲਿਸ਼ ਬਾਈਬਲ ਦੇ ਵਿੱਚ ਲਿਖਿਆ ਕਿ ਉਹ ਪਰਮੇਸ਼ਰ ਦਾ ਸ਼ਵਾਸ, ਪਰਮੇਸ਼ਰ ਦਾ ਸਾਹ ਉਹਨਾਂ ਦੇ ਵਿੱਚ ਫੂਕਿਆ ਹੋਇਆ, ਉਹ ਪਰਮੇਸ਼ਰ ਦੇ ਦੁਆਰਾ ਪ੍ਰੇਰਿਤ ਆ। ਹਾਂਜੀ। ਅਤੇ ਸਿੱਖਿਆ ਲਈ ਪਹਿਲੀ ਚੀਜ਼, ਪੁਰਾਣਾ ਨੇਮ ਸਾਡੇ ਲਈ ਸਿੱਖਿਆ ਦੇ ਲਈ, ਤਾੜਨ, ਸਾਨੂੰ ਸਿੱਖਿਆ ਦੇਣ ਲਈ, ਸਾਨੂੰ ਤਾੜਨ ਦੇ ਲਈ, ਸੁਧਾਰਨ ਅਤੇ ਸਾਨੂੰ ਸੁਧਾਰਨ ਦੇ ਲਈ, ਅਤੇ ਧਰਮ ਦੇ ਗਿਜਾਉਣ ਲਈ ਗੁਣਕਾਰ ਹੈ, ਅਤੇ ਧਾਰਮਿਕਤਾ ਦੀ ਸਿੱਖਿਆ ਦੇ ਲਈ। ਹਿੰਦੀ ਬਾਈਬਲ 'ਚ ਲਿਖਿਆ ਧਾਰਮਿਕਤਾ ਦੀ ਸਿੱਖਿਆ ਦੇ ਲਈ ਗੁਣਕਾਰ ਆ। ਜਿਹੜਾ ਪੁਰਾਣਾ ਨਿਯਮ ਸਾਨੂੰ ਸਿਖਾਉਂਦਾ ਆ, ਸਾਨੂੰ ਤਾੜਦਾ ਆ, ਸਾਨੂੰ ਸੁਧਾਰਦਾ ਅਤੇ ਸਾਨੂੰ ਧਾਰਮਿਕਤਾ ਦੀ ਸਿੱਖਿਆ ਦਿੰਦਾ ਆ ਕਿ ਪਰਮੇਸ਼ਰ ਕੌਣ ਆ। ਉਹ ਪੁਰਾਣਾ ਨਿਯਮ ਪਰਮੇਸ਼ਰ ਦੇ ਕਰੈਕਟਰ ਬਾਰੇ ਦਿਖਾਉਂਦਾ ਆ ਕਿ ਪਰਮੇਸ਼ਰ ਕੌਣ ਆ। ਕਹਿੰਦਾ ਉਹ ਸਾਡੇ ਲਈ ਗੁਣਕਾਰ ਆ, ਤਾੜਨ ਦੀ, ਸੁਧਾਰਨ ਲਈ ਅਤੇ ਧਾਰਮਿਕਤਾ ਦੀ ਸਿੱਖਿਆ ਦੇ ਲਈ। ਹਾਂਜੀ। ਭਾਈ ਪਰਮੇਸ਼ਰ ਦਾ ਬੰਦਾ, ਤਾਂ ਕਿ ਪਰਮੇਸ਼ਰ ਦਾ ਬੰਦਾ, ਉਸ ਦੀ ਵਜ੍ਹਾ ਕੀ? ਤਾਂ ਕਿ ਪਰਮੇਸ਼ਰ ਦਾ ਬੰਦਾ ਕਾਬਲ ਅਤੇ ਹਰੇਕ ਭਲੇ ਕੰਮ ਲਈ ਤਿਆਰ ਕੀਤਾ ਹੋਇਆ ਹੋਵੇ। ਆਮੀਨ। ਸੋ ਪੁਰਾਣਾ ਨੇਮ ਜਿਹੜਾ ਵਿਵਸਥਾ ਕੀ ਆ? ਸਾਨੂੰ ਭਲੇ ਕੰਮ ਦੇ ਲਈ ਤਿਆਰ ਕਰਦੀ ਆ, ਸਾਨੂੰ ਕਾਬਿਲ ਕਰਦੀ ਆ, ਸਾਨੂੰ ਲੋਕਾਂ ਦੇ ਵਿੱਚ ਪ੍ਰੀਚ ਕਰਨਾ ਸਿਖਾਉਂਦੀ ਆ ਕਿ ਅਸੀਂ ਲੋਕਾਂ ਨੂੰ ਦੱਸ ਸਕੀਏ ਕਿ ਪਾਪ ਕੀ ਆ। ਸੋ ਵਿਵਸਥਾ ਜਿਹੜੀ ਆ ਉਹ ਸਾਨੂੰ ਅਤੇ ਲੋਕਾਂ ਦੇ ਜੀਵਨ ਦੇ ਵਿੱਚ ਇਹ ਪਾਪ ਨੂੰ ਜ਼ਾਹਿਰ ਕਰਦੀ ਆ। ਜੇ ਪੌਲਸ ਕਹਿੰਦਾ ਜੇ ਸ਼ਰਅ ਨਾ ਕਹਿੰਦੀ ਕਿ ਇਹ ਚੀਜ਼ ਪਾਪ ਆ ਤਾਂ ਮੈਂ ਇਹਨੂੰ ਨਹੀਂ ਜਾਣਦਾ, ਜੇ ਸ਼ਰਅ ਨਾ ਕਹਿੰਦੀ ਪਾਪ ਨਾ ਕਰ ਤਾਂ ਮੈਂ ਪਾਪ ਨੂੰ ਨਹੀਂ ਜਾਣਦਾ। ਸੋ ਕਹਿੰਦਾ ਸ਼ਰਅ ਭਲੀ ਆ। ਯਿਸੂ ਮਸੀਹ ਕੀ ਕਹਿੰਦਾ ਕਿ ਜੇਕਰ ਕੋਈ ਛੋਟੀ ਤੋਂ ਛੋਟੀ ਆਗਿਆ ਨੂੰ ਤੋੜਦਾ ਤੇ ਦੂਜਿਆਂ ਨੂੰ ਵੀ ਸਿਖਾਉਂਦਾ ਤਾਂ ਸਵਰਗ ਦੇ ਰਾਜ ਦੇ ਵਿੱਚ ਛੋਟਾ ਕੀਤਾ ਜਾਵੇਗਾ, ਪਰ ਜੇਕਰ ਉਹਨੂੰ ਕੋਈ ਪੂਰਾ ਕਰਦਾ ਤੇ ਦੂਜਿਆਂ ਨੂੰ ਵੀ ਪੂਰਾ ਕਰਨਾ ਸਿਖਾਉਂਦਾ ਉਹ ਸਵਰਗ ਦੇ ਰਾਜ ਵਿੱਚ ਵੱਡਾ ਕੀਤਾ ਜਾਵੇਗਾ। ਅੱਜ ਸਾਨੂੰ ਇਸ ਵਾਰਨਿੰਗ ਦੇ ਉੱਤੇ ਧਿਆਨ ਦੇਣ ਦੀ ਲੋੜ ਆ ਕਿ ਅੱਜ ਅਸੀਂ ਪੁਰਾਣੇ ਨੇਮ ਨੂੰ ਇਗਨੋਰ ਕਰ ਰਹੇ ਹਾਂ, ਅੱਜ ਅਸੀਂ ਪੁਰਾਣੇ ਨੇਮ ਨੂੰ ਫੋਲੋ ਕਰ ਰਹੇ ਹਾਂ, ਅਸੀਂ ਪੁਰਾਣੇ ਨੇਮ ਦੀ ਆਗਿਆਵਾਂ ਨੂੰ ਮੰਨ ਰਹੇ ਹਾਂ। ਅਤੇ ਕੋਈ ਵਿਅਕਤੀ ਕਹੇਗਾ ਕਿ ਨਹੀਂ ਪੁਰਾਣਾ ਨੇਮ ਅੱਜ ਲਾਗੂ ਨਹੀਂ ਹੁੰਦਾ। ਹਾਂ, ਪੁਰਾਣੇ ਨੇਮ ਦੀਆਂ ਕੁਝ ਚੀਜ਼ਾਂ ਅੱਜ ਉਸ ਰੀਤੀ ਨਾਲ ਲਾਗੂ ਨਹੀਂ ਹੁੰਦੀਆਂ ਜਿਸ ਤਰ੍ਹਾਂ ਉਸ ਟਾਈਮ ਦੇ ਵਿੱਚ ਹੁੰਦੀਆਂ ਸੀਗੀਆਂ। ਪੁਰਾਣੇ ਨੇਮ ਦੇ ਵਿੱਚ ਸੁੰਨਤ ਕੀਤੀ ਜਾਂਦੀ ਸੀ, ਖਤਨਾ,
ਪਰ ਅੱਜ ਦੇ ਟਾਈਮ ਦੇ ਵਿੱਚ ਖਤਨਾ ਨਹੀਂ ਕੀਤਾ ਜਾਂਦਾ। ਪਰਮੇਸ਼ਰ ਨੇ ਸਾਨੂੰ ਮਨਾ ਕੀਤਾ ਆ, ਪਰ ਨਵੇਂ ਨਿਯਮ ਦੇ ਵਿੱਚ ਖਤਨਾ ਨਹੀਂ ਕੀਤਾ ਜਾਂਦਾ। ਪਰ ਸਾਨੂੰ ਅੱਜ ਸਾਡੇ ਮਨ ਦਾ ਖਤਨਾ ਕਰਨ ਦੀ ਲੋੜ ਆ। ਅੱਜ ਸਾਨੂੰ ਆਪਣੇ ਮਨ ਦੇ ਉੱਤੇ ਚਿੰਨ੍ਹ ਲੈਣ ਦੀ ਲੋੜ ਆ, ਪਰਮੇਸ਼ਰ ਦੀ ਪਹਿਚਾਣ ਬਣਾਉਣ ਦੀ। ਅਤੇ ਪੁਰਾਣੇ ਨਿਯਮ ਦੇ ਵਿੱਚ ਬਲੀਦਾਨ ਚੜਾਏ ਜਾਂਦੇ ਸੀਗੇ, ਪਰ ਅੱਜ ਸਾਡੇ ਲਈ ਬਲੀਦਾਨ ਪਹਿਲਾਂ ਹੀ ਯਿਸੂ ਮਸੀਹ ਹੋ ਚੁੱਕਾ ਆ। ਪਰ ਅੱਜ ਸਾਨੂੰ ਉਹਦੇ ਉੱਤੇ ਵਿਸ਼ਵਾਸ ਕਰਨ ਦੀ ਲੋੜ ਆ ਕਿ ਉਹ ਸਦਾ ਦੇ ਲਈ ਬਲੀਦਾਨ ਹੋ ਗਿਆ ਸਾਡੇ ਬਦਲੇ। ਪੁਰਾਣੇ ਨਿਯਮ ਦੇ ਵਿੱਚ ਬਹੁਤ ਸਾਰੇ ਰੂਲਸ ਰੈਗੂਲੇਸ਼ਨਸ ਸੀਗੇ, ਧਰਮ ਰੀਤੀਆਂ ਸੀਗੀਆਂ, ਅੱਜ ਵੀ ਉਹ ਸਾਡੀ ਲਾਈਫ ਦੇ ਵਿੱਚ ਲਾਗੂ ਹੁੰਦੀਆਂ। ਪੁਰਾਣੇ ਨਿਯਮ ਦੇ ਵਿੱਚ ਆਰਾਧਨਾ ਕਰਦੇ ਸੀਗੇ ਲੋਕੀ, ਅੱਜ ਵੀ ਅਸੀਂ ਆਰਾਧਨਾ ਕਰੀਦੀ। ਪੁਰਾਣੇ ਨਿਯਮ 'ਚ ਲੋਕੀ ਗੀਤ ਗਾਉਂਦੇ ਸੀ ਆਰਾਧਨਾ ਕਰਕੇ, ਅੱਜ ਵੀ ਕਈ ਗੀਤ ਗਾਉਂਦੇ। ਪੁਰਾਣੇ ਨਿਯਮ 'ਚ ਵਚਨ ਸੁਣਾਇਆ ਜਾਂਦਾ ਸੀ ਜਾਜਕਾਂ ਦੇ ਦੁਆਰਾ, ਅੱਜ ਵੀ ਵਚਨ ਸੁਣਾਇਆ ਜਾਂਦਾ ਤੇ ਸੁਣਿਆ ਜਾਂਦਾ ਆ। ਸੋ ਪੁਰਾਣਾ ਨਿਯਮ ਅਸੀਂ ਪੂਰੀ ਤਰ੍ਹਾਂ ਪੁਰਾਣੇ ਨਿਯਮ ਤੋਂ ਅਲੱਗ ਨਹੀਂ ਕੀਤੇ ਗਏ, ਸਿਰਫ ਤਰੀਕਾ ਬਦਲ ਚੁੱਕਾ ਆ। ਫੋਰ ਐਗਜ਼ਾਮਪਲ, ਪੁਰਾਣੇ ਨਿਯਮ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਕੂਚ ਦੀ ਪੁਸਤਕ ਅਧਿਆਇ 21 ਤੋਂ ਲੈ ਕੇ ਵਚਨ 23 ਤੱਕ, ਤਾਂ ਉਹਦੇ ਵਿੱਚ ਇੱਕ ਚੀਜ਼ ਆਉਂਦੀ ਆ ਕਿ ਪਰਮੇਸ਼ਰ ਨੇ ਇੱਕ ਆਗਿਆ ਦਿੱਤੀ ਕਿ ਜੇਕਰ ਕਿਸੇ ਦਾ ਬੈਲ, ਕਿਸੇ ਦਾ ਬਲਦ ਜਿਹੜਾ ਆ ਉਹ ਸਿੰਗ ਮਾਰਦਾ ਹੋਵੇ ਅਤੇ ਉਸਦੇ ਮਾਲਿਕ ਨੂੰ ਪਤਾ ਹੋਵੇ ਕਿ ਇਹ ਸਿੰਗ ਮਾਰਦਾ ਆ, ਪਰ ਉਹ ਫਿਰ ਵੀ ਉਸ ਨੂੰ ਨਾ ਬੰਨੇ, ਉਸ ਨੂੰ ਬੰਨ ਕੇ ਨਾ ਰੱਖੇ, ਅਤੇ ਜੇਕਰ ਉਹ ਬਲਦ ਕਿਸੇ ਦੇ ਸਿੰਗ ਮਾਰਦਾ ਤਾਂ ਉਸ ਨੂੰ ਉਸਦਾ ਹਰਜਾਨਾ ਭਰਨਾ ਪਵੇਗਾ, ਜੁਰਮਾਨਾ ਭਰਨਾ ਪਵੇਗਾ, ਕਿਉਂਕਿ ਉਸ ਨੂੰ ਪਤਾ ਸੀ ਕਿ ਮੇਰਾ ਬੈਲ ਸਿੰਗ ਮਾਰਦਾ ਆ, ਪਰ ਉਸਨੇ ਉਸ ਨੂੰ ਬੰਨ ਕੇ ਨਹੀਂ ਰੱਖਿਆ, ਇਸ ਕਰਕੇ ਉਹਨੇ ਸਿੰਗ ਮਾਰਿਆ। ਸੋ ਉਸ ਨੂੰ ਜਿਹੜਾ ਉਸਦਾ ਜੁਰਮਾਨਾ ਭਰਨਾ ਪਵੇਗਾ। ਸੋ ਅੱਜ ਦੇ ਟਾਈਮ ਦੇ ਵਿੱਚ ਸਾਡੇ ਕੋਲ ਬੈਲ ਨਹੀਂ ਆ, ਮੋਸਟਲੀ ਸਾਡੇ ਕੋਲ ਬੈਲ ਨਹੀਂ ਆ, ਪਰ ਸਾਡੇ ਕੋਲ ਬਾਈਕਸ ਆ, ਸਾਡੇ ਕੋਲ ਕਾਰਾਂ ਆ। ਅੱਜ ਉਹੀ ਜਿਹੜਾ ਬੈਲ ਦੇ ਉੱਤੇ ਲਾਗੂ ਹੁੰਦਾ ਸੀ, ਅੱਜ ਉਹ ਬਾਈਕ ਦੇ ਉੱਤੇ ਤੇ ਕਾਰ ਦੇ ਉੱਤੇ ਲਾਗੂ ਹੁੰਦਾ। ਅੱਜ ਜੇਕਰ ਸਾਨੂੰ ਪਤਾ ਕਿ ਸਾਡੀ ਕਾਰ ਦੀਆਂ ਬ੍ਰੇਕਾਂ, ਸਾਡੀ ਬਾਈਕ ਦੀਆਂ ਬ੍ਰੇਕਾਂ ਘੱਟ ਆ, ਫੇਲ ਆ, ਅਤੇ ਫਿਰ ਵੀ ਅਸੀਂ ਜਾਣ ਬੁੱਝ ਕੇ ਉਸ ਨੂੰ ਤੇਜ਼ ਚਲਾਉਂਦੇ ਆ, ਤਾਂ ਉਸ ਦਾ ਹਰਜਾਨਾ ਸਾਨੂੰ ਭਰਨਾ ਪਵੇਗਾ, ਇਸ ਧਰਤੀ ਦੇ ਉੱਤੇ ਵੀ ਅਤੇ ਪਰਮੇਸ਼ਰ ਦੇ ਅੱਗੇ ਵੀ, ਕਿਉਂਕਿ ਪਰਮੇਸ਼ਰ ਨਿਆਂ ਕਰੇਗਾ ਕਿ ਤੈਨੂੰ ਪਤਾ ਸੀ ਕਿ ਮੇਰੀ ਬਾਈਕ ਸਹੀ ਨਹੀਂ ਆ, ਬਾਈਕ ਦੀਆਂ ਬ੍ਰੇਕਾਂ ਸਹੀ ਨਹੀਂ ਆ, ਪਰ ਫਿਰ ਵੀ ਤੂੰ ਤੇਜ਼ ਚਲਾਇਆ ਅਤੇ ਖੁਦ ਦਾ ਵੀ ਨੁਕਸਾਨ ਕਰਾਇਆ, ਦੂਜੇ ਦਾ ਨੁਕਸਾਨ ਕੀਤਾ। ਸੋ ਜਿਹੜੀ ਚੀਜ਼ ਉਸ ਟਾਈਮ ਬੈਲ ਦੇ ਨਾਲ, ਬਲਦ ਦੇ ਨਾਲ ਜੁੜਦੀ ਸੀ, ਉਹ ਅੱਜ ਬਾਈਕ ਦੇ ਨਾਲ ਜੁੜਦੀ ਆ, ਜੋ ਕਾਰ ਦੇ ਨਾਲ ਜੁੜਦੀ ਆ। ਸੋ ਪੁਰਾਣਾ ਨੇਮ 'ਚ, ਕਿਉਂਕਿ ਮੈਂ ਪੁਰਾਣੇ ਨੇਮ ਦੇ ਉੱਤੇ ਸਟੱਡੀ ਕੀਤੀ ਅਤੇ ਮੈਨੂੰ ਪਤਾ ਕਿ ਪੁਰਾਣੇ ਨੇਮ ਦੀ ਹਰ ਇੱਕ ਵਰਸ ਜਿਹੜੀ ਆ ਉਹ ਸਾਡੇ ਜੀਵਨ ਦੇ ਵਿੱਚ ਕਿਤੇ ਨਾ ਕਿਤੇ ਅੱਜ ਵੀ ਸਾਡੇ ਜੀਵਨ ਦੇ ਵਿੱਚ ਕਾਰਜ ਕਰਦੀ ਆ। ਇਸ ਲਈ ਪੌਲਸ ਕਹਿੰਦਾ ਕਿ ਪਰ ਜਿਹੜੀ ਲਿਖਤ ਆ, ਹਰ ਇੱਕ ਲਿਖਤ ਪਰਮੇਸ਼ਰ ਦੇ ਦੁਆਰਾ ਪ੍ਰੇਰਣਾ ਪਾਈ ਹੋਈ ਆ, ਪ੍ਰੇਰਿਤ ਆ ਪਵਿੱਤਰ ਆਤਮਾ ਦੇ ਵੱਲੋਂ, ਅਤੇ ਉਹ ਸਿੱਖਿਆ ਦੇਣ ਦੇ ਲਈ, ਤਾੜਨ ਲਈ, ਸੁਧਾਰਨ ਲਈ ਅਤੇ ਧਾਰਮਿਕਤਾ ਦੀ ਸਿੱਖਿਆ ਦੇ ਲਈ ਲਾਭਦਾਇਕ ਆ। ਹਾਲੇਲੂਇਆ। ਸੋ ਅਸੀਂ ਪੁਰਾਣੇ ਨਿਯਮ ਤੋਂ ਭੱਜਦੇ ਨਹੀਂ, ਪਰ ਅਸੀਂ ਪੁਰਾਣੇ ਨਿਯਮ ਤੋਂ ਸਿੱਖਦੇ ਆ ਤੇ ਤਿਆਰ ਹੁੰਦੇ ਆ ਭਲੇ ਕੰਮਾਂ ਦੇ ਲਈ, ਜਿਸ ਤਰ੍ਹਾਂ ਪਰਮੇਸ਼ਰ ਦਾ ਦਾਸ ਪੌਲਸ ਕਹਿੰਦਾ ਆ। ਹਾਂਜੀ, ਅਸੀਂ ਅੱਗੇ ਪੜਾਂਗੇ। ਕਿਉਂ ਜੋ ਮੈਂ ਤੁਹਾਨੂੰ ਆਖਦਾ ਹਾਂ, ਹਾਂਜੀ, ਭਾਈ ਜੇ ਤੁਹਾਡਾ ਧਰਮ ਗ੍ਰੰਥੀਆਂ ਅਤੇ ਫਰੀਸੀਆਂ ਦੇ ਧਰਮ ਨਾਲੋਂ ਵੱਧ ਨਾ ਹੋਵੇ, ਹਾਂਜੀ, ਤਾਂ ਤੁਸੀਂ ਸੁਰਗ ਦੇ ਰਾਜ ਵਿੱਚ ਕਿਸੇ ਬਿੱਦ ਨਾ ਵੜੋਗੇ। ਆਮੀਨ। ਸੋ ਯਿਸੂ ਮਸੀਹ ਇੱਥੇ ਕਿੰਨੇ ਚੈਲੰਜ ਦੇ ਰਿਹਾ ਹੈ। ਪਹਿਲਾਂ ਉਹਨੇ ਕਿਹਾ ਕਿ ਪੁਰਾਣੇ ਨੇਮ ਦੀ ਜੇਕਰ ਕੋਈ ਛੋਟੀ ਤੋਂ ਛੋਟੀ ਆਗਿਆ ਨੂੰ ਵੀ ਤੋੜਦਾ ਆ ਅਤੇ ਦੂਜਿਆਂ ਨੂੰ ਸਿਖਾਉਂਦਾ, ਸਵਰਗ ਦੇ ਰਾਜ ਵਿੱਚ ਛੋਟਾ ਕੀਤਾ ਜਾਵੇਗਾ। ਹੁਣ ਯਿਸੂ ਮਸੀਹ ਇੱਕ ਹੋਰ ਚੈਲੰਜ ਦੇ ਰਿਹਾ ਉਹਨਾਂ ਨੂੰ ਕਿ ਜੇਕਰ ਤੁਹਾਡੀ ਧਾਰਮਿਕਤਾ ਸ਼ਾਸਤਰੀਆਂ ਤੇ ਫਰੀਸੀਆਂ ਤੋਂ ਉੱਪਰ ਨਾ ਹੋਗੀ, ਤਾਂ ਤੁਸੀਂ ਸਵਰਗ ਦੇ ਰਾਜ ਦੇ ਵਿੱਚ ਐਂਟਰ ਨਹੀਂ ਕਰ ਸਕਦੇ। ਉਹ ਰਾਜ ਜਿਹੜਾ ਮੈਂ ਸਥਾਪਿਤ ਕਰਨ ਜਾ ਰਿਹਾ, ਉਹਦੇ ਵਿੱਚ ਤੁਹਾਨੂੰ ਐਂਟਰ ਕਰਨ ਦੇ ਲਈ ਸ਼ਾਸਤਰੀਆਂ ਤੇ ਸ਼ਾਸਤਰੀਆਂ ਤੇ ਫਰੀਸੀਆਂ ਤੋਂ ਉੱਪਰ ਦੀ ਧਾਰਮਿਕਤਾ ਲੈ ਕੇ ਆਉਣੀ ਪੈਣੀ ਆ। ਅਤੇ ਕੋਈ ਵਿਅਕਤੀ ਉਸ ਟਾਈਮ ਦੇ ਵਿੱਚ ਸੋਚਦੇ ਹੋਗੇ ਕਿ ਸ਼ਾਸਤਰੀਆਂ ਤੇ ਫਰੀਸੀਆਂ ਤੋਂ ਉੱਪਰ ਧਾਰਮਿਕਤਾ, ਸ਼ਾਸਤਰੀ ਤੇ ਫਰੀਸੀ ਤਾਂ ਬਹੁਤ ਧਰਮੀ ਆ, ਕਿਉਂਕਿ ਉਹ ਆਰਾਧਨਾ ਕਰਦੇ, ਉਹ ਬਾਈਬਲ ਨੂੰ ਇੰਨਾ ਜਾਣਦੇ ਆ, ਉਹ ਪਰਮੇਸ਼ਰ ਦਾ ਵਚਨ ਪੜ੍ਹਦੇ ਆ, ਹਮੇਸ਼ਾ ਜੁੜੇ ਰਹਿੰਦੇ। ਅਤੇ ਅੱਜ ਵੀ ਬਹੁਤ ਸਾਰੇ ਲੋਕੀ ਬਾਹਰਲੇ ਦਿਖਾਵੇ, ਕੁਝ ਲੋਕੀ ਸੋਚਦੇ ਆ ਕਿ ਅੱਛਾ ਮੈਨੂੰ ਇੰਨਾ ਪਵਿੱਤਰ ਹੋਣਾ ਪਵੇਗਾ, ਪਰ ਯਿਸੂ ਮਸੀਹ ਇੱਥੇ ਕੀ ਗੱਲ ਕਰਦਾ ਪਿਆ ਆ। ਅੱਜ ਵੀ ਜਿਸ ਤਰ੍ਹਾਂ ਉਸ ਸਮੇਂ ਦੇ ਸ਼ਾਸਤਰੀ ਫਰੀਸੀਆਂ ਦੇ ਦੁਆਰਾ ਲੋਕਾਂ ਨੂੰ ਭਰਮ ਸੀ, ਅੱਜ ਵੀ ਬਹੁਤ ਸਾਰੇ ਲੋਕਾਂ ਨੂੰ ਭਰਮ ਆ, ਪਰ ਯਿਸੂ ਮਸੀਹ ਨੇ ਉਹਨਾਂ ਸ਼ਾਸਤਰੀਆਂ ਦੀ ਧਾਰਮਿਕਤਾ ਦਿਖਾਈ ਆਪਣੇ ਲੋਕਾਂ ਨੂੰ, ਵਿਸ਼ਵਾਸੀਆਂ ਨੂੰ, ਅਤੇ ਉਹ ਸਾਡੇ ਕੋਲ ਬਾਈਬਲ ਦੇ ਵਿੱਚ ਦਰਜ ਆ। ਉਹਨਾਂ ਦੀ ਧਾਰਮਿਕਤਾ ਤੋਂ ਜਦੋਂ ਯਿਸੂ ਮਸੀਹ ਕਹਿੰਦਾ ਕਿ ਤੁਹਾਡੀ ਧਾਰਮਿਕਤਾ ਸ਼ਾਸਤਰੀਆਂ ਫਰੀਸੀਆਂ ਦੀ ਧਾਰਮਿਕਤਾ ਤੋਂ ਉੱਪਰ ਹੋਣੀ ਚਾਹੀਦੀ, ਤਾਂ ਉਸ ਦਾ ਮਤਲਬ ਕੀ ਆ। ਅਸੀਂ ਦੇਖਾਂਗੇ ਯਿਸੂ ਮਸੀਹ ਸ਼ਾਸਤਰੀਆਂ ਫਰੀਸੀਆਂ ਦੇ ਨਾਲ ਜਦੋਂ ਗੱਲ ਕਰਦਾ ਹੈ, ਮਰਕੁਸ ਦੀ ਇੰਜੀਲ ਅਧਿਆਇ 7 ਵਚਨ 6 ਤੋਂ ਯਿਸੂ ਮਸੀਹ ਇੱਥੇ ਸ਼ਾਸਤਰੀਆਂ ਤੇ ਫਰੀਸੀਆਂ ਦੇ ਨਾਲ, ਧਰਮ ਗ੍ਰੰਥੀਆਂ ਨਾਲ ਗੱਲ ਕਰਦਾ, ਕਿਉਂਕਿ ਉਹ ਆ ਕੇ ਯਿਸੂ ਮਸੀਹ ਨੂੰ ਸਵਾਲ ਕਰਨ ਲੱਗੇ, ਉਸਦੇ ਚੇਲਿਆਂ ਨੂੰ ਸਵਾਲ ਕਰਨ ਲੱਗੇ। ਤਾਂ ਯਿਸੂ ਮਸੀਹ ਨੇ ਉਹਨਾਂ ਨੂੰ ਕੀ ਕਿਹਾ?
ਉਸਨੇ ਉਹਨਾਂ ਨੂੰ ਕਿਹਾ, ਹਾਂਜੀ ਤੁਸਾਂ ਕਪਟੀਆਂ ਦੇ ਵਿਖੇ ਹਮ। ਯਸ਼ਾਇਆ ਨੇ ਠੀਕ ਅਗੰਮਵਾਕ ਕੀਤਾ। ਯਿਸੂ ਮਸੀਹ ਸ਼ਾਸਤਰੀਆਂ ਫਰੀਸੀਆਂ ਨੂੰ ਧਰਮ ਗ੍ਰੰਥੀਆਂ ਨੂੰ ਕਹਿੰਦਾ ਕਿ ਤੁਹਾਡੇ ਵਿਖੇ ਯਸ਼ਾਇਆ ਨਬੀ ਨੇ ਠੀਕ ਅਗੰਮਵਾਕ ਕੀਤਾ, ਠੀਕ ਭਵਿਸ਼ਵਾਣੀ ਕੀਤੀ, ਜਿੱਦਾਂ ਲਿਖਿਆ ਹੈ ਕਿ ਜਿੱਦਾਂ ਲਿਖਿਆ ਹੋਇਆ ਹੈ। ਇਹ ਲੋਕ ਹਮ, ਆਪਣੇ ਬੁੱਲਾਂ ਨਾਲ ਮੇਰਾ ਆਦਰ ਕਰਦੇ ਹਨ, ਹਾਂਜੀ ਪਰ ਇਹਨਾਂ ਦਾ ਦਿਲ ਮੈਥੋਂ ਦੂਰ ਹੈ। ਹਮ, ਉਹ ਬਿਰਥਾ ਮੇਰੀ ਉਪਾਸਨਾ ਕਰਦੇ ਹਨ। ਆਮੀਨ। ਯਿਸੂ ਮਸੀਹ ਕੀ ਕਹਿ ਰਿਹਾ ਹੈ ਉਹਨਾਂ ਸ਼ਾਸਤਰੀਆਂ ਫਰੀਸੀਆਂ ਨੂੰ ਕਿ ਤੁਸੀਂ ਕਪਟੀ ਹੋ, ਤੁਸੀਂ ਕਮੰਡੀ ਹੋ, ਤੁਸੀਂ ਝੂਠੇ ਹੋ, ਤੁਸੀਂ ਬੁੱਲਾਂ ਤੋਂ, ਕਹਿੰਦਾ ਤੁਹਾਡੇ ਵਿਸ਼ੇ ਠੀਕ ਲਿਖਿਆ ਯਸ਼ਾਇਆ ਨੇ ਕਿ ਤੁਸੀਂ ਬੁੱਲਾਂ ਤੋਂ ਮੇਰਾ ਆਦਰ ਕਰਦੇ ਪਰ ਤੁਹਾਡੇ ਮਨ ਮੈਥੋਂ ਦੂਰ ਆ। ਤੁਸੀਂ ਵਿਅਰਥ ਚ ਮੇਰੀ ਉਪਾਸਨਾ ਕਰਦੇ, ਕੋਈ ਫਾਇਦਾ ਹੀ ਨਹੀਂ। ਤੁਸੀਂ ਬੁੱਲਾਂ ਤੋਂ ਕਹੀ ਜਾਂਦੇ ਪਰ ਤੁਸੀਂ ਉਹ ਦਿਲ ਤੋਂ ਨਹੀਂ ਕਰ ਰਹੇ। ਜਦੋਂ ਯਿਸੂ ਮਸੀਹ ਕਹਿ ਰਿਹਾ ਕਿ ਤੁਹਾਡੀ ਧਾਰਮਿਕਤਾ ਸ਼ਾਸਤਰੀਆਂ ਫਰੀਸੀਆਂ ਤੋਂ ਉੱਪਰ ਹੋਣੀ ਚਾਹੀਦੀ ਆ, ਉਸ ਦਾ ਮਤਲਬ ਕੀ ਆ ਕਿ ਤੁਹਾਡੇ ਦਿਲ ਤੋਂ ਮੈਂ ਦੇਖਣਾ ਚਾਹੁੰਦਾ ਆ। ਬਾਹਰੀ ਦਿਖਾਵੇ ਦੇ ਕੰਮ ਨਹੀਂ ਮੈਨੂੰ ਚਾਹੀਦੇ, ਮੈਨੂੰ ਬਾਹਰੀ ਦਿਖਾਵਾ ਨਹੀਂ, ਮੈਨੂੰ ਅੰਦਰੀ ਜਿਹੜੀ ਆ ਸੱਚਾਈ ਚਾਹੁੰਦਾ ਹੈ। ਕਿਉਂਕਿ ਬਾਈਬਲ 'ਚ ਲਿਖਿਆ ਪਰਮੇਸ਼ਰ ਬਾਹਰੋਂ ਨਹੀਂ, ਪਰਮੇਸ਼ਰ ਅੰਦਰੋਂ ਦੇਖਦਾ। ਯਿਸੂ ਮਸੀਹ ਕਹਿੰਦਾ ਮੈਂ ਬਾਹਰੀ ਸੱਚਾਈ ਨਹੀਂ, ਮੈਂ ਬਾਹਰੀ ਦਿਖਾਵਾ ਨਹੀਂ, ਮੈਂ ਅੰਦਰਲੀ ਸੱਚਾਈ ਚਾਹੁੰਦਾ ਆ। ਅਤੇ ਅਸੀਂ ਦੇਖਾਂਗੇ ਸ਼ਾਸਤਰੀਆਂ ਫਰੀਸੀਆਂ ਨੂੰ ਯਿਸੂ ਮਸੀਹ ਨੇ ਹੋਰ ਤਾੜਨਾ, ਉਹਨਾਂ ਨੂੰ ਹੋਰ ਝਿੜਕ ਲਾਈ। ਅਸੀਂ ਦੇਖਾਂਗੇ ਮੱਤੀ ਦੀ ਅੰਜੀਲ ਉਸ ਦਾ ਅਧਿਆਇ 23 ਵਚਨ 1 ਤੋਂ। ਹਾਂਜੀ, the book of Matthew chapter 23 verse 1। ਤਦ ਯਿਸੂ ਨੇ ਲੋਕਾਂ ਨੂੰ ਹਾਂਜੀ ਅਤੇ ਆਪਣੇ ਚੇਲਿਆਂ ਨੂੰ ਕਿਹਾ, ਤਦ ਯਿਸੂ ਨੇ ਲੋਕਾਂ ਨੂੰ ਅਤੇ ਆਪਣੇ ਚੇਲਿਆਂ ਨੂੰ ਕਿਹਾ, ਗ੍ਰੰਥੀ ਅਤੇ ਫਰੀਸੀ ਹਮ, ਮੂਸਾ ਦੀ ਗੱਦੀ ਉੱਤੇ ਬੈਠੇ ਹਨ। ਹਾਂਜੀ ਇਸ ਲਈ ਸਭ ਕੁਝ ਹਮ, ਜੋ ਉਹ ਤੁਹਾਨੂੰ ਕਹਿਣਾ ਹਮ, ਤੁਸੀਂ ਮੰਨ ਲੈਣਾ ਹਮ, ਅਤੇ ਉਹਦੀ ਪਾਲਣਾ ਕਰਨੀ, ਹਮ, ਪਰ ਉਹਨਾਂ ਵਰਗੇ ਕੰਮ ਨਾ ਕਰਨਾ, ਪਰ ਉਹਨਾਂ ਵਰਗੇ ਕੰਮ ਨਾ ਕਰਿਓ, ਕਿਉਂ ਜੋ ਹਮ, ਉਹ ਕਹਿੰਦੇ ਹਨ ਪਰ ਕਰਦੇ ਨਹੀਂ। ਪਰ ਕਰਦੇ ਨੇ। ਯਿਸੂ ਮਸੀਹ ਕਹਿੰਦਾ ਕਿ ਉਹ ਸਿਰਫ ਗੱਲਾਂ ਕਰਦੇ ਆ ਪਰ ਅਸਲ ਦੇ ਵਿੱਚ ਉਹਨਾਂ ਦੀ ਕੋਈ ਧਾਰਮਿਕਤਾ ਨਹੀਂ, ਉਹ ਦਿਖਾਵੇ ਦੀ ਧਾਰਮਿਕਤਾ। ਅਸੀਂ ਵਚਨ 23 ਤੋਂ ਪੜਾਂਗੇ। ਹੇ ਕਪਟੀ ਗ੍ਰੰਥੀਓ ਹੇ ਕਪਟੀ ਗ੍ਰੰਥੀਓ, ਯਿਸੂ ਮਸੀਹ ਸਿੱਧਾ ਉਹਨਾਂ ਨਾਲ ਗੱਲ ਕਰਦਾ ਹੈ। ਹੇ ਕਪਟੀ ਗ੍ਰੰਥੀਓ ਅਤੇ ਅਤੇ ਫਰੀਸੀਓ, ਤੁਹਾਡੇ ਉੱਤੇ ਹਾਏ ਹਾਏ, ਤੁਹਾਡੇ ਉੱਤੇ ਹਾਏ ਹਾਏ। ਯਿਸੂ ਮਸੀਹ 2 ਵਾਰੀ ਕਹਿੰਦਾ ਤੁਹਾਡੇ ਉੱਤੇ ਹਾਏ ਹਾਏ। ਕਿਉਂ ਜੋ ਹਮ, ਤੁਸੀਂ ਪੁਦੀਨੇ ਅਤੇ ਸੌਂਫ ਅਤੇ ਜੀਰੇ ਦਾ ਦਸੁੰਧ ਦਿੰਦੇ ਹੋ ਹਮ, ਅਤੇ ਤੁਰੇਦ ਦੇ ਭਾਰੇ ਹੁਕਮਾਂ ਨੂੰ ਅਰਥਾਤ ਹਾਂਜੀ। ਨਿਆਓ ਅਰ ਦਇਆ ਅਰ ਨੇਚਾ ਨੂੰ ਛੱਡ ਦਿੱਤਾ ਹੈ। ਆਮੀਨ। ਯਿਸੂ ਮਸੀਹ ਕੀ ਕਹਿੰਦਾ? ਕਹਿੰਦਾ ਕਪਟੀ ਸ਼ਾਸਤਰੀਓ ਫਰੀਸੀਓ, ਤੁਹਾਡੇ ਉੱਤੇ ਹਾਏ ਹਾਏ। ਤੁਸੀਂ ਦਸਵੰਧ ਤਾਂ ਕੱਢਦੇ ਆ ਪਰ ਤੁਸੀਂ ਜਿਹੜੀਆਂ ਵਿਵਸਥਾ ਦੀਆਂ ਮੇਨ ਚੀਜ਼ਾਂ ਸੀਗੀਆਂ, ਯਿਸੂ ਮਸੀਹ ਨੇ ਇੱਥੇ 3 ਚੀਜ਼ਾਂ ਲਈਆਂ। ਕਹਿੰਦਾ ਤੁਸੀਂ ਨਿਆਂ ਨੂੰ, ਤੁਸੀਂ ਦਇਆ ਨੂੰ ਤੇ ਤੁਸੀਂ ਵਿਸ਼ਵਾਸ ਨੂੰ ਛੱਡ ਦਿੱਤਾ। ਤੁਸੀਂ ਇਹ ਨਹੀਂ ਦੇਖਿਆ, ਤੁਸੀਂ ਦਸਵੰਧ ਦਿੰਦੇ ਰਹੇ, ਤੁਸੀਂ ਬਾਹਰੀ ਦਿਖਾਵਾ ਕਿ ਲੋਕਾਂ ਨੂੰ ਪਤਾ ਲੱਗੇ ਕਿ ਇਹ ਬੰਦਾ ਦਸਵੰਧ ਦਿੰਦਾ ਪਿਆ ਆ, ਪਰ ਤੁਸੀਂ ਅੰਦਰੋਂ ਜਿਹੜੀਆਂ ਚੀਜ਼ਾਂ ਸੀ ਮੰਨਣ ਵਾਲੀਆਂ, ਤੁਸੀਂ ਦਇਆ ਨਹੀਂ ਕੀਤੀ, ਤੁਸੀਂ ਨਿਆਂ ਨਹੀਂ ਕੀਤਾ, ਤੁਸੀਂ ਵਿਸ਼ਵਾਸ ਨਹੀਂ ਦਿਖਾਇਆ। ਤੇ ਬਾਈਬਲ 'ਚ ਲਿਖਿਆ ਕਿ ਵਿਸ਼ਵਾਸ ਨਾ ਹੋਣ ਦਾ ਕਰਕੇ ਇਜ਼ਰਾਈਲ ਜਿਹੜਾ ਸੀਗਾ ਉਹ ਝਾੜ ਦੇ ਵਿੱਚ ਹੀ ਮਰ ਗਿਆ। ਹਾਂਜੀ, ਅਸੀਂ ਅੱਗੇ ਪੜਾਂਗੇ। ਪਰ ਚਾਹੀਦਾ ਸੀ ਜੋ ਇਹਨਾਂ ਨੂੰ ਕਰਦੇ ਹਾਂਜੀ ਅਤੇ ਉਹਨਾਂ ਨੂੰ ਵੀ ਨਾ ਛੱਡਦੇ। ਯਿਸੂ ਮਸੀਹ ਕਹਿੰਦਾ ਉਹ ਵੀ ਚੰਗਾ ਸੀ ਪਰ ਤੁਸੀਂ ਇਹ ਵੀ ਦਇਆ, ਨਿਆਂ, ਸੱਚੇ ਵਿਸ਼ਵਾਸ ਵੀ ਦਿਖਾਉਣਾ ਸੀ। ਹੇ ਅੰਨੇ ਆਗੂਓ, ਹਾਂ ਹੇ ਅੰਨੇ ਆਗੂਓ, ਜਿਹੜੇ ਮੱਛਰ ਪੁਣ ਲੈਂਦੇ ਅਤੇ ਊਠ ਨਿਕਲ ਜਾਂਦੇ ਹੋ। ਹੇ ਕਪਟੀ ਗ੍ਰੰਥੀਓ ਅਤੇ ਫਰੀਸੀਓ, ਹਾਂਜੀ ਤੁਹਾਡੇ ਉੱਤੇ ਹਾਏ ਹਾਏ, ਕਿਉਂ ਜੋ ਤੁਸੀਂ ਕਟੋਰੇ ਅਰ ਥਾਲੀ ਨੂੰ ਬਾਹਰੋਂ ਸਾਫ਼ ਕਰਦੇ ਹੋ ਪਰ ਅੰਦਰੋਂ ਉਹ ਲੁੱਟ ਅਤੇ ਬਦ ਪਰਹੇਜ਼ੀ ਨਾਲ ਭਰੇ ਹੋਏ ਹਨ। ਆਮੀਨ। ਯਿਸੂ ਮਸੀਹ ਕੀ ਕਹਿ ਰਿਹਾ ਆ? ਕਹਿੰਦਾ ਤੁਸੀਂ ਮੱਛਰ ਨੂੰ ਪੁਣਦੇ ਆ, ਛੋਟੀ ਜੀ ਚੀਜ਼ ਨੂੰ ਦੇਖਦੇ ਆ ਪਰ ਤੁਸੀਂ ਊਠ ਨੂੰ ਨਿਕਲ ਜਾਂਦੇ, ਤੁਹਾਨੂੰ ਉਹ ਚੀਜ਼ਾਂ ਨਹੀਂ ਦਿਖਦੀਆਂ। ਤੁਸੀਂ ਦਿਖਾਵੇ ਦੇ ਕੰਮ ਕਰਦੇ ਹੋ, ਤੁਸੀਂ ਕੱਪੜੇ, ਬਾਹਰੀ ਕੱਪੜੇ ਦੇਖਦੇ ਹੋ ਕਿ ਕੱਪੜੇ ਸ਼ੁੱਧ ਹੋਣੇ ਚਾਹੀਦੇ, ਪਰ ਤੁਸੀਂ ਆਪਣਾ ਮਨ ਨਹੀਂ ਸ਼ੁੱਧ ਕਰਦੇ। ਤੁਸੀਂ ਦਸਵੰਧ ਦਿੰਦੇ ਆ, ਤੁਸੀਂ ਬਾਹਰੀ ਧਰਮ ਦੇ ਕੰਮ ਕਰਦੇ ਪਰ ਤੁਸੀਂ ਨਿਆਂ ਨਹੀਂ ਕਰਦੇ, ਤੁਸੀਂ ਲੋਕਾਂ ਤੇ ਦਇਆ ਨਹੀਂ ਕਰਦੇ, ਤੁਸੀਂ ਪਰਮੇਸ਼ਰ 'ਚ ਵਿਸ਼ਵਾਸ ਨਹੀਂ ਕਰਦੇ। ਕਹਿੰਦਾ ਤੁਸੀਂ ਬਾਹਰੋਂ ਭਾਂਡੇ ਨੂੰ ਮਾਂਜਦੇ ਹੋ। ਸੋ ਜਦੋਂ ਯਿਸੂ ਮਸੀਹ ਇੱਥੇ ਕਹਿ ਰਿਹਾ ਬਾਹਰੀ ਕਟੋਰੇ ਨੂੰ ਮਾਂਜਦੇ, ਸੋ ਉਹਨਾਂ ਦੇ ਨਾਲ ਗੱਲ ਕਰ ਰਿਹਾ, ਖੁਦ ਦੀ ਗੱਲ। ਉਹ ਕਟੋਰਾ ਉਹ ਖੁਦ ਆ। ਕਹਿੰਦਾ ਤੁਸੀਂ ਬਾਹਰੋਂ ਕਟੋਰੇ ਨੂੰ ਮਾਂਜਦੇ ਪਰ ਅੰਦਰੋਂ ਬੁਰਾਈ ਦੇ ਨਾਲ ਭਰਿਆ ਹੋਇਆ। ਤੁਸੀਂ ਆਪਣੇ ਆਪ ਨੂੰ ਬਾਹਰੋਂ ਧਰਮੀ ਦਿਖਾਉਣੇ
ਪਰ ਅੰਦਰੋਂ ਤੁਸੀਂ ਬੁਰਾਈ ਦੇ ਨਾਲ ਭਰੇ। ਇਸੇ ਲਈ ਯਿਸੂ ਮਸੀਹ ਕਹਿੰਦਾ ਕਿ ਜਿੰਨਾ ਚਿਰ ਤੁਹਾਡੀ ਧਾਰਮਿਕਤਾ ਸ਼ਾਸਤਰੀਆਂ ਫਰੀਸੀਆਂ ਦੀ ਧਾਰਮਿਕਤਾ ਤੋਂ ਉੱਪਰ ਨਹੀਂ ਹੋ ਜਾਂਦੀ, ਉਹਨਾਂ ਚਿਰ ਤੁਸੀਂ ਸਵਰਗ ਦੇ ਰਾਜ ਵਿੱਚ ਨਹੀਂ ਵੜ ਸਕਦੇ। ਜੇਕਰ ਤੁਸੀਂ ਸਵਰਗ ਦੇ ਰਾਜ ਵਿੱਚ ਐਂਟਰ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਬਾਹਰੀ ਦਿਖਾਵਾ ਨਹੀਂ, ਤੁਹਾਨੂੰ ਅੰਦਰੋਂ ਮੰਨਣਾ ਪਵੇਗਾ। ਇਸੇ ਲਈ ਉਹ ਕਹਿੰਦਾ ਤੁਹਾਨੂੰ ਜਿਹੜੇ ਦਿਲ ਦੇ ਨਮਰ ਆ, ਸਵਰਗ ਦਾ ਉਹ ਧਰਤੀ ਦੇ ਵਾਰਿਸ ਹੋਣਗੇ। ਤੁਹਾਨੂੰ ਸਵਰਗ ਦੇ ਰਾਜ ਦੇ ਵਿੱਚ ਜਾਣ ਲਈ ਨਮਰ ਬਣਨਾ ਪਵੇਗਾ, ਸ਼ੁੱਧ ਮਨ ਬਣਨਾ ਪਵੇਗਾ, ਦਇਆਵਾਨ ਬਣਨਾ ਪਵੇਗਾ। ਹਾਲੇਲੂਇਆ। ਅੱਜ ਸਾਨੂੰ ਧਿਆਨ ਦੇਣ ਦੀ ਲੋੜ ਆ। ਅੱਜ ਬੜੀ ਵਾਰੀ ਅਸੀਂ ਵੀ ਸ਼ਾਸਤਰੀਆਂ ਫਰੀਸੀਆਂ ਦੀ ਤਰ੍ਹਾਂ ਬਾਹਰੋਂ ਦਿਖਾਵੇ ਦੇ ਕੰਮ ਕਰਦੇ। ਅਸੀਂ ਚਰਚ ਜਾਂਦੇ, ਆਰਾਧਨਾ ਕਰਦੇ, ਵਚਨ ਪੜ੍ਹਦੇ, ਦਸਵੰਧ ਦਿੰਦੇ, ਪਾਸਟਰ ਦੀ ਇੱਜ਼ਤ ਕਰਦੇ, ਲੋਕਾਂ ਦੀ ਰਿਸਪੈਕਟ ਕਰਦੇ ਅਤੇ ਲੋਕਾਂ ਦੇ ਵਿੱਚ ਅਸੀਂ ਬੜੇ ਚੰਗੇ ਬਣਦੇ ਆ। ਪਰ ਕੀ ਅਸੀਂ ਪਰਮੇਸ਼ਰ ਦੇ ਅੱਗੇ ਚੰਗੇ ਆ? ਯਿਸੂ ਮਸੀਹ ਦੀ ਅੱਖ ਹਮੇਸ਼ਾ ਸਾਰਿਆਂ ਨੂੰ ਦੇਖਦੀ ਆ। ਅਸੀਂ ਮਨੁੱਖ ਦੀ ਨਜ਼ਰ ਤੋਂ, ਮਨੁੱਖ ਦੀ ਅੱਖ ਤੋਂ ਲੁਕ ਸਕਦੇ, ਪਰ ਮਸੀਹ ਦੀ ਅੱਖ ਤੋਂ ਨਹੀਂ। ਉਹਨੇ ਸ਼ਾਸਤਰੀਆਂ ਫਰੀਸੀਆਂ ਨੂੰ ਕਿਹਾ, ਕਹਿੰਦਾ ਕਿ ਹੇ ਕਪਟੀ ਸ਼ਾਸਤਰੀਓ ਫਰੀਸੀਓ। ਕਿਉਂ ਉਹਨਾਂ ਨੂੰ ਯਿਸੂ ਮਸੀਹ ਨੇ ਨਾਮ ਦਿੱਤਾ ਕਪਟੀ? ਤੁਸੀਂ ਕਪਟ ਕਰਦੇ ਹੋ। ਕਿਉਂ? ਕਿਉਂਕਿ ਉਹ ਬਾਹਰੀ ਦਿਖਾਵਾ ਕਰਦੇ ਸੀ। ਜੇਕਰ ਅੱਜ ਅਸੀਂ ਵੀ ਉਹੀ ਸ਼ਾਸਤਰੀਆਂ ਫਰੀਸੀਆਂ ਦੀ ਤਰ੍ਹਾਂ ਬਾਹਰੀ ਦਿਖਾਵਾ ਕਰਦੇ ਪਰ ਅੰਦਰੋਂ ਅਸੀਂ ਬੁਰਾਈ ਨਾ ਭਰੇ, ਤਾਂ ਸੇਮ ਟਾਈਟਲ ਸਾਡੇ ਲਈ ਯਿਸੂ ਮਸੀਹ ਸਾਡੇ ਲਈ ਵੀ ਲਗਾਉਂਦਾ ਆ। ਉਹ ਕਹਿੰਦਾ ਹੇ ਅੰਨੇ ਅਗੂਓ, ਬਾਹਰੋਂ ਤੁਸੀਂ ਦਿਖਾਵੇ ਦੇ ਕੰਮ ਕਰਦੇ ਹੋ, ਬਾਹਰੋਂ ਕਟੋਰੇ ਨੂੰ ਮੱਚਦੇ ਪਰ ਅੰਦਰੋਂ ਬੁਰਾਈ ਨਾ ਭਰਿਆ। ਜੇਕਰ ਅੱਜ ਅਸੀਂ ਵੀ ਬਾਹਰੋਂ ਤਾਂ ਅਸੀਂ ਲੋਕਾਂ ਨੂੰ ਬਹੁਤ ਚੰਗੇ ਸ਼ਬਦਾਂ ਨਾਲ, ਬਾਹਰੋਂ ਅਸੀਂ ਬਹੁਤ ਵਧੀਆ ਦਿਖ ਰਹੇ ਹਾਂ ਪਰ ਅੰਦਰੋਂ ਅਸੀਂ ਬੁਰਾਈ ਨਾ ਭਰੇ, ਫਿਰ ਇਹੀ ਟਾਈਟਲ ਅੱਜ ਸਾਡੇ ਲਈ ਵੀ ਲਾਗੂ ਹੁੰਦਾ। ਅੰਨੇ ਅਗੂਓ, ਅੰਨੇ ਲੋਕੋ, ਅੰਨੇ ਵਿਸ਼ਵਾਸੀਓ, ਇਹ ਸਾਡੇ ਲਈ ਲਾਗੂ ਹੁੰਦਾ ਹੈ। ਅੱਜ ਸਾਨੂੰ ਧਿਆਨ ਦੇਣ ਦੀ ਲੋੜ ਆ। ਯਿਸੂ ਮਸੀਹ ਸਾਨੂੰ ਅੱਜ ਚੈਲੰਜ ਕਰ ਰਿਹਾ ਆਪਣੇ ਵਚਨ ਦੇ ਦੁਆਰਾ। ਇਹ ਅੱਜ ਸਾਡੇ ਅੱਗੇ ਚੈਲੰਜ ਆ ਕਿ ਅਸੀਂ ਬਾਹਰੋਂ ਸ਼ਾਸਤਰੀਆਂ ਫਰੀਸੀਆਂ ਵਾਂਗੂ ਦਿਖਾਵੇ ਦੇ ਲਈ ਪ੍ਰਭੂ ਦੀ ਆਗਿਆ ਨੂੰ ਪੂਰਾ ਕਰ ਰਹੇ ਜਾਂ ਅੰਦਰੋਂ ਕਰ ਰਹੇ, ਕਿ ਸਾਡਾ ਦਿਲ ਪਰਮੇਸ਼ਰ ਦੇ ਨਾਲ ਜੁੜਿਆ ਪਿਆ ਆ, ਕਿ ਅਸੀਂ ਦਿਲ ਤੋਂ ਪਰਮੇਸ਼ਰ ਦੀ ਆਰਾਧਨਾ ਕਰ ਰਹੇ ਹਾਂ। ਜੇਕਰ ਨਹੀਂ ਤਾਂ ਯਿਸੂ ਮਸੀਹ ਕਹਿੰਦਾ ਤੁਸੀਂ ਵਿਅਰਥ ਮੇਰੀ ਉਪਾਸਨਾ ਕਰਦੇ ਹੋ। ਕਹਿੰਦਾ ਜਿਸ ਤਰ੍ਹਾਂ ਯਸ਼ਾਇਆ ਨੇ ਕਿਹਾ ਕਿ ਉਹ ਬੁੱਲਾਂ ਤੋਂ ਤਾਂ ਮੇਰਾ ਆਦਰ ਕਰਦੇ ਪਰ ਉਹਨਾਂ ਦੇ ਮਨ ਮੈਥੋਂ ਦੂਰ ਆ। ਅੱਜ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਅੱਜ ਸਾਡਾ ਦਿਲ ਪਰਮੇਸ਼ਰ ਦੇ ਨਾਲ ਜੁੜਿਆ ਆ ਜਾਂ ਫਿਰ ਅਸੀਂ ਬਾਹਰੋਂ ਦਿਖਾਵੇ ਦੇ ਲਈ ਆਰਾਧਨਾ ਕਰ ਰਹੇ ਹਾਂ? ਅੱਜ ਸਾਨੂੰ ਧਿਆਨ ਦੇਣ ਦੀ ਲੋੜ ਆ। ਤੇ ਜੇਕਰ ਸਾਡਾ ਦਿਲ ਪਰਮੇਸ਼ਰ ਨਾਲ ਨਹੀਂ ਜੁੜਿਆ ਤੇ ਯਿਸੂ ਮਸੀਹ ਦੇ ਸਾਫ਼ ਸਪਸ਼ਟ ਸ਼ਬਦ ਆ, ਕੋਈ ਡਾਊਟ ਨਹੀਂ, ਯਿਸੂ ਮਸੀਹ ਨੇ ਸਪਸ਼ਟ ਕੀਤਾ ਕਿ ਜੇਕਰ ਤੁਸੀਂ ਅੰਦਰੋਂ ਧਰਮੀ ਨਹੀਂ ਹੋ, ਤੁਸੀਂ ਅੰਦਰੋਂ ਨਹੀਂ ਬਦਲੇ, ਤਾਂ ਤੁਸੀਂ ਕਦੀ ਸਵਰਗ ਦੇ ਰਾਜ ਦੇ ਵਿੱਚ ਐਂਟਰ ਨਹੀਂ ਕਰ ਸਕਦੇ। ਅੱਜ ਸਾਨੂੰ ਤੌਬਾ ਕਰਾਂਗੇ, ਅਸੀਂ ਪ੍ਰਾਰਥਨਾ ਕਰਾਂਗੇ। ਸਰਵਸ਼ਕਤੀਮਾਨ ਪਿਤਾ ਜੀ, ਅਸੀਂ ਤੁਹਾਡਾ ਧੰਨਵਾਦ ਕਰਦੇ, ਤੁਹਾਡਾ ਸ਼ੁਕਰ ਕਰਦੇ ਹਾਂ, ਤੇਰੀ ਹਜ਼ੂਰੀ ਚਾਹੁੰਦੇ ਹਾਂ ਅੱਜ ਦੇ ਵਚਨ ਦੇ ਲਈ ਪ੍ਰਭੂ। ਅੱਜ ਤੁਹਾਡੇ ਵਚਨ ਚੋਂ ਅਸੀਂ ਸਿੱਖਿਆ ਪਿਤਾ ਮੇਰੇ ਪਰਮੇਸ਼ਰ ਕਿ ਤੂੰ ਵਿਵਸਥਾ ਨੂੰ ਪੂਰਾ ਕਰਨ ਲਈ ਆਇਆ। ਤੁਸੀਂ ਆਪਣੇ ਜੀਵਨ 'ਚ ਆਪਣੀ ਵਿਵਸਥਾ ਨੂੰ, ਉਸ ਵਿਵਸਥਾ ਨੂੰ ਪੂਰਾ ਕੀਤਾ। ਤੁਸੀਂ ਉਹਨਾਂ ਭਵਿੱਖਬਾਣੀਆਂ ਨੂੰ ਪੂਰਾ ਕੀਤਾ, ਨੈਤਿਕ ਵਿਵਸਥਾ ਨੂੰ, ਆਗਿਆਵਾਂ ਨੂੰ ਪੂਰਾ ਕੀਤਾ, ਪਵਿੱਤਰਤਾ ਦਾ ਜੀਵਨ ਜੀਆ, ਪਰਮੇਸ਼ਰ ਦੇ ਨਾਲ ਅਤੇ ਮਨੁੱਖ ਦੇ ਨਾਲ ਆਪਣੇ ਰਿਸ਼ਤੇ ਨੂੰ ਹਮੇਸ਼ਾ ਸਹੀ ਰੱਖਿਆ। ਪਿਤਾ ਹੁਣ ਦੇ ਕਿ ਅਸੀਂ ਪਰਮੇਸ਼ਰ ਦੇ ਨਾਲ ਪ੍ਰਭੂ ਜੀ ਆਪਣੇ ਰਿਸ਼ਤੇ ਨੂੰ ਤੇ ਮਨੁੱਖ ਦੇ ਨਾਲ ਰਿਸ਼ਤੇ ਨੂੰ ਸਹੀ ਰੱਖੀਏ, ਅਸੀਂ ਤੇਰੇ ਵਚਨਾਂ ਨੂੰ ਪੂਰਾ ਕਰ ਸਕੀਏ, ਅਸੀਂ ਛੋਟੀ ਤੋਂ ਛੋਟੀ ਆਗਿਆ ਦੇ ਅਨੁਸਾਰ ਨੂੰ ਪੂਰਾ ਕਰ ਸਕੀਏ, ਤਾਂ ਜੋ ਅਸੀਂ ਸਵਰਗ ਦੇ ਰਾਜ ਦੇ ਵਿੱਚ ਛੋਟੇ ਨਾ ਕਹਿਲਾਏ ਜਾ ਸਕੀਏ। ਉਹ ਪ੍ਰਭੂ ਯਿਸੂ ਮਸੀਹ ਜੀ, ਅਸੀਂ ਪ੍ਰਾਰਥਨਾ ਕਰਦੇ ਹਾਂ ਪਿਤਾ ਮੇਰੇ ਪਰਮੇਸ਼ਰ, ਅਸੀਂ ਤੁਹਾਡੇ ਵਚਨ ਦੇ ਵਿੱਚ ਸਿੱਖਿਆ ਕਿ ਸਾਡੀ ਧਾਰਮਿਕਤਾ ਸ਼ਾਸਤਰੀਆਂ ਫਰੀਸੀਆਂ ਦੀ ਧਾਰਮਿਕਤਾ ਤੋਂ ਉੱਪਰ ਹੋਣੀ ਚਾਹੀਦੀ ਹੈ। ਅਰਥਾਤ ਅਸੀਂ ਬਾਹਰੀ ਦਿਖਾਵੇ ਦੇ ਨਹੀਂ ਪਰ ਹਿਰਦੇ ਤੋਂ ਤੇਰੇ ਵਚਨ ਨੂੰ ਮੰਨਣ ਵਾਲੇ ਹੋਣੇ ਚਾਹੀਦੇ ਆ। ਉਹ ਪ੍ਰਭੂ ਯਿਸੂ ਮਸੀਹ ਜੀ, ਅੱਜ ਪਿਤਾ ਮੇਰੇ ਪਰਮੇਸ਼ਰ, ਅਸੀਂ ਆਪਣੇ ਹਿਰਦਿਆਂ ਨੂੰ ਬਦਲਦੇ ਹਾਂ, ਅਸੀਂ ਮਾਫੀ ਮੰਗਦੇ, ਤੌਬਾ ਕਰਦੇ ਹਾਂ। ਅਤੇ ਪ੍ਰਭੂ ਯਿਸੂ ਮਸੀਹ, ਅੱਜ ਅਸੀਂ ਫੈਸਲਾ ਲੈਂਦੇ ਹਾਂ, ਮੈਂ ਫੈਸਲਾ ਲੈਂਦੀ ਹਾਂ ਕਿ ਪ੍ਰਭੂ ਅੱਜ ਤੋਂ ਮੈਂ ਤੇਰੇ ਵਚਨ ਦੇ ਉੱਤੇ ਆਪਣੇ ਦਿਲ ਤੋਂ ਚੱਲਾਂਗਾ। ਮੈਂ ਬਾਹਰੀ ਦਿਖਾਵਾ ਨਹੀਂ ਪਰ ਮੈਂ ਆਪਣੇ ਦਿਲ ਦੀ ਸੱਚਾਈ ਤੋਂ, ਗਹਿਰਾਈ ਤੋਂ ਤੁਹਾਡੇ ਵਚਨ ਦੇ ਅਨੁਸਾਰ ਚੱਲਾਂਗਾ ਅਤੇ ਤੁਹਾਡੇ ਵਚਨ ਨੂੰ ਪੂਰਾ ਕਰਾਂਗਾ। ਮੈਂ ਬਾਹਰੀ ਦਿਖਾਵੇ ਦੇ ਕੰਮ ਨਹੀਂ ਪਰ ਮੈਂ ਦਿਲ ਤੋਂ ਦਇਆ, ਨਮਰਤਾ, ਨਿਆਂ, ਸੱਚਾਈ ਨੂੰ ਦਿਖਾਵਾਂਗਾ। ਉਹ ਪਰਮੇਸ਼ਰ, ਮੇਰੇ ਉੱਤੇ ਦਇਆ ਕਰੋ, ਮੇਰੇ ਉੱਤੇ ਅਨੁਗ੍ਰਹਿ ਕਰੋ ਤਾਂ ਕਿ ਮੈਂ ਤੁਹਾਡੇ ਵਚਨ ਦੇ ਅਨੁਸਾਰ ਚੱਲ ਸਕਾਂ, ਤਾਂ ਜੋ ਤੁਹਾਡੇ ਰਾਜ ਦਾ ਅਧਿਕਾਰੀ ਹੋ ਸਕਾਂ। ਪਰਮੇਸ਼ਰ, ਮੇਰੇ ਜੀਵਨ ਦੇ ਵਿੱਚ ਮੈਨੂੰ ਅਨੁਗ੍ਰਹਿ ਦਿਓ ਤਾਂ ਜੋ ਮੈਂ ਤੁਹਾਡੇ ਵਚਨ ਦੇ ਅਨੁਸਾਰ ਚੱਲ ਸਕਾਂ ਅਤੇ ਤੁਹਾਡੇ ਨਾਮ ਨੂੰ ਮਹਿਮਾ ਦੇ ਸਕਾਂ। ਪ੍ਰਭੂ ਯਿਸੂ ਮਸੀਹ ਜੀ, ਸਾਡੀ ਪ੍ਰਾਰਥਨਾ ਨੂੰ ਸੁਣੋ ਪਿਤਾ ਜੀ, ਸਾਡੀ ਪ੍ਰਾਰਥਨਾ ਨੂੰ ਸੁਣੋ। ਇਹ ਪ੍ਰਾਰਥਨਾ ਪ੍ਰਭੂ ਯਿਸੂ ਮਸੀਹ ਦਾ ਨਾਮ ਲੈ ਕੇ ਮੰਗਦੇ ਹਾਂ, ਆਮੀਨ, ਆਮੀਨ। ਸੋ ਪ੍ਰਭੂ ਤੁਹਾਨੂੰ ਬਹੁਤ ਸਾਰੀ ਬਰਕਤ ਦੇਵੇ। ਅਤੇ ਜੇਕਰ ਇੱਕ ਵਾਰ ਫਿਰ ਤੋਂ ਮੈਂ ਕਹਿਣਾ ਚਾਹੁੰਦਾ ਕਿ ਜੇਕਰ ਇਹ ਸਟੱਡੀ ਤੁਹਾਡੇ ਲਈ ਆਤਮਿਕ ਉન્નਤੀ ਦਾ ਕਾਰਨ ਬਣ ਰਹੀ ਆ
ਤਾਂ ਪਲੀਜ਼ ਇਹਨੂੰ ਆਪਣੇ ਤੱਕ ਸੀਮਤ ਨਾ ਰੱਖੋ, ਹਰ ਦੂਸਰੇ ਲੋਕਾਂ ਤਾਈਂ ਲੈ ਕੇ ਜਾਓ। ਕਿਉਂਕਿ ਇਹ ਜਿਹੜੀ ਸਟੱਡੀ ਆ ਇਹ ਸਿਰਫ ਸਟੱਡੀ ਨਹੀਂ ਆ, ਨਾਲ ਦੀ ਨਾਲ ਇਹ ਪਰਮੇਸ਼ਰ ਦਾ ਵਚਨ ਤਾਂ ਤੁਸੀਂ ਸਿੱਖ ਰਹੇ ਹੋ, ਪਰ ਨਾਲ ਦੀ ਨਾਲ ਇਹ ਮੇਰੀ ਟੈਸਟਾਮਨੀ ਆ, ਮੇਰੀ ਗਵਾਹੀ ਆ ਹਰ ਵਿਅਕਤੀ ਤਾਈਂ ਜਿਹੜਾ ਵਿਅਕਤੀ ਦੇਖ ਰਿਹਾ ਆ। ਕਿਉਂਕਿ ਪਰਮੇਸ਼ਰ ਦਾ ਅਨੁਗ੍ਰਹਿ ਆ ਕਿ ਮੈਂ ਬਾਈਬਲ ਨੂੰ ਕਦੇ ਨਹੀਂ ਪੜ੍ਹਿਆ ਪਰ ਬਾਈਬਲ ਨੂੰ ਪ੍ਰੀਚ ਕਰ ਰਿਹਾ ਆ। ਮੈਂ ਨਹੀਂ ਨੋਟਸ ਤਿਆਰ ਕਰ ਸਕਦਾ ਪਰ ਫਿਰ ਵੀ ਮੈਂ ਉਸ ਸਟੱਡੀ ਇਸ ਤਰ੍ਹਾਂ ਕਰ ਰਿਹਾ ਆ, ਇਸ ਤਰ੍ਹਾਂ ਅਸੀਂ ਸਿੱਖ ਰਹੇ ਹਾਂ ਜਿਸ ਤਰ੍ਹਾਂ ਨੋਟਸ ਤਿਆਰ ਕੀਤੇ ਹੋਣ। ਮੈਂ ਇੰਨਾ ਕੁਛ ਯਾਦ ਇੱਕ ਮਨੁੱਖ ਦਾ ਮਾਈਂਡ ਯਾਦ ਨਹੀਂ ਰੱਖ ਸਕਦਾ, ਪਰ ਇਹ ਪ੍ਰਭੂ ਦੇ ਅਨੁਗ੍ਰਹਿ ਆ ਕਿ ਮੈਂ ਪਰਮੇਸ਼ਰ ਦੇ ਇੰਨੇ ਵਚਨਾਂ ਨੂੰ ਰੱਖ ਪਾ ਰਿਹਾ ਹਾਂ। ਸੋ ਇਹ ਮੇਰੀ ਟੈਸਟਾਮਨੀ ਆ ਅਤੇ ਮੈਂ ਚਾਹੁੰਦਾ ਹਾਂ ਕਿ ਇਹ ਟੈਸਟਾਮਨੀ ਜਿਹੜੀ ਆ ਹਰ ਇੱਕ ਵਿਅਕਤੀ ਤਾਈਂ ਪਹੁੰਚੇ, ਤਾਂ ਕਿ ਹਰ ਇੱਕ ਉਹ ਵਿਅਕਤੀ ਜਿਹੜਾ ਇਸ ਸਟੱਡੀ ਨੂੰ ਦੇਖੇ ਤਾਂ ਉਹ ਇਸ ਗੱਲ ਨੂੰ ਸਮਝੇ ਕਿ ਇੱਕ ਵਿਅਕਤੀ ਇੱਕ ਪਰਮੇਸ਼ਰ ਦਾ ਦਾਸ ਹੈ ਜਿਹੜਾ ਦੇਖ ਵੀ ਨਹੀਂ ਪਾ ਰਿਹਾ, ਉਹ ਜੇਕਰ ਪਰਮੇਸ਼ਰ ਦੇ ਵਚਨ ਨੂੰ ਪ੍ਰੀਚ ਕਰ ਰਿਹਾ, ਪਰਮੇਸ਼ਰ ਦੇ ਵਚਨ ਨੂੰ ਸਿੱਖ ਰਿਹਾ ਆ, ਪਰਮੇਸ਼ਰ ਉਹਨੂੰ ਸਿਖਾ ਰਿਹਾ, ਉਹਦੇ ਨਾਲ ਗੱਲ ਕਰ ਰਿਹਾ ਹੈ, ਤਾਂ ਅਸੀਂ ਜਿਨ੍ਹਾਂ ਦੇ ਕੋਲ ਅੱਖਾਂ ਆ ਅਸੀਂ ਕਿਉਂ ਨਹੀਂ ਪਰਮੇਸ਼ਰ ਦਾ ਵਚਨ ਪੜ੍ਹ ਸਕਦੇ, ਅਸੀਂ ਕਿਉਂ ਨਹੀਂ ਪਰਮੇਸ਼ਰ ਦਾ ਵਚਨ ਸੁਣਾ ਸਕਦੇ, ਪਰਮੇਸ਼ਰ ਸਾਡੇ ਨਾਲ ਕਿਉਂ ਨਹੀਂ ਗੱਲ ਕਰ ਸਕਦਾ ਅਤੇ ਸਾਨੂੰ ਕਿਉਂ ਨਹੀਂ ਆਪਣਾ ਵਚਨ ਸੁਣਾਉਣ ਦੇ ਲਈ ਲੋਕਾਂ ਤਾਈਂ ਕਰ ਸਕਦਾ। ਹਾਲੇਲੂਇਆ। ਸੋ ਇਸ ਸਟੱਡੀ ਨੂੰ ਲੋਕਾਂ ਤਾਈਂ ਸ਼ੇਅਰ ਕਰੋ ਅਤੇ ਮੇਰੀ ਟੈਸਟਾਮਨੀ ਨੂੰ ਵੀ ਸ਼ੇਅਰ ਕਰੋ। ਸੋ ਪ੍ਰਭੂ ਤੁਹਾਨੂੰ ਬਹੁਤ ਸਾਰੀ ਬਰਕਤ ਦੇਵੇ। ਆਮੀਨ।